जी आओ मन बिरतियाँ गुरु चरणों नाल जोड़ते हुए गुरु चरणों विखे लवाइए हाजरियाँ। गुरु का बख्शिया फतेह का नारा करिए बुलंद। उपरंत बाणी की विचार नाल जुड़ना करांगे। गज के आखिए जी वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। माज महला तीजा। अंदर हीरा लाल बनाया गुर के शब्द परख परखाया। जिन सच पल्लै सच बखानै सच कसवटी लावनिया। हौ बारी जियो बारी गुर की बाणी मन बसावनिया। अंजन माहे निरंजन पाया ज्योति ज्योत मिलावनिया। अंजन माहे निरंजन पाया ज्योति ज्योत मिलावनिया। वाहिगुरु ये पवित्र बचन तीसरे पातशाह निमाणियां दे मान निताणियां दे तान नियोटियां दी ओट सतगुरु तेजो नंदन धन धन श्री गुरु अमरदास महाराज जी दे उचारण कीते होए श्री ग्रंथ साहिब जी के पवित्र अंग 112 उपर सुभाएमान। इन्हां पवित्र शब्दां राही धन धन श्री गुरु ग्रंथ साहिब जी महाराज की बख्शिश करते हैं। माज महला तीजा अंदर हीरा लाल बनाया गुर कै शब्द परख परखाया। अंदर भाव शरीरां दे अंदर जिस तरह बचन है कुदरत करके वसिया सोई। सृष्टि नूं बना के जिहड़ी इहदे विच चेतनता वसी है जिस करके ये जड़ जीव जंतु जिहड़े हन भजे फिरदे हन। वो चेतना साडे सब दे अंदर समाई हुई है। वो हीरा है। असली स्वरूप साडा ओहो ही है पर आपो भुली व्यापन। ਜਿਹੜੇ ਮਨੁੱਖ ਆਪਣੇ ਆਪ ਨੂੰ ਭੁੱਲ ਚੁੱਕੇ ਹਨ ਉਹਨਾਂ ਨੂੰ ਹੀ ਸਾਰੇ ਦੁੱਖਾਂ ਦਾ ਰੋਗਾਂ ਦਾ ਸਾਹਮਣਾ ਕਰਨਾ ਪੈਂਦਾ। ਆਪਹੁ ਭੁੱਲੀ ਨਾਨਕਾ ਕਿੱਥੇ ਪਾਏ ਨ ਹੱਥ। ਇਹ ਜੀਵ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਤੋਂ ਭੁੱਲ ਕਰਕੇ ਫਿਰ ਕਿੱਥੇ ਹੱਥ ਪਾਵੇ। ਭਾਵ ਮਾਲਕ ਨੂੰ ਜਿਹਨੇ ਛੱਡ ਦਿੱਤਾ ਫਿਰ ਕਿਤੇ ਹੱਥ ਨਹੀਂ ਪੈਂਦਾ। ਸਾਡਾ ਮਨੁੱਖਾ ਜੀਵਨ ਜਿਹੜਾ ਇਸ ਨੂੰ ਵੀ ਸਤਿਗੁਰਾਂ ਨੇ ਹੀਰੇ ਦੀ ਬਰਾਬਰੀ ਦਿੱਤੀ ਹੈ। ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹ ਮਨੁੱਖਾ ਜੀਵਨ ਕਿੰਨਾ ਕੀਮਤੀ ਹੈ ਮਨੁੱਖ ਨੂੰ ਨਹੀਂ ਪਤਾ। ਇਹਦੇ ਬਾਰੇ ਗੁਰੂ ਨੇ ਦੱਸਿਆ ਬਈ ਹੀਰੇ ਲਾਲਾਂ ਤੋਂ ਮਹਿੰਗਾ ਹੈ। ਦੁਨੀਆ ਨੇ ਸੋਨਾ ਸਭ ਤੋਂ ਚੰਗਾ ਮੰਨਿਆ ਹੈ ਪਰ ਪਾਤਸ਼ਾਹ ਕਹਿੰਦੇ ਇਹ ਦੇਹ ਸੋ ਕੰਚਨ ਚੰਗੜੀਆ। ਇਹ ਸਰੀਰ ਸੋਨੇ ਤੋਂ ਵੀ ਚੰਗਾ ਹੈ। ਪਰ ਜੇ ਕਿਤੇ ਬੰਦੇ ਨੂੰ ਪਛਾਣ ਆ ਜਾਵੇ ਸਮਝ ਆ ਜਾਵੇ ਬਿਨਾਂ ਸਮਝ ਤੋਂ ਕਈ ਵਾਰੀ ਮਨੁੱਖ ਕੀਮਤੀ ਵਸਤੂ ਵੀ ਐਵੇਂ ਜਾਣ ਕੇ ਸਿੱਟ ਦਿੰਦਾ। ਜਿਵੇਂ ਭਾਈ ਮਰਦਾਨਾ ਜੀ ਨੂੰ ਲਾਲ ਵੇਚਣ ਲਈ ਭੇਜਿਆ ਤੇ ਜਿਨ੍ਹਾਂ ਨੂੰ ਨਹੀਂ ਪਛਾਣ ਸੀ ਉਹਨਾਂ ਨੇ ਉਹਦਾ ਹਲਵਾਈਆਂ ਨੇ 2 ਸਿਰ ਮਠਿਆਈ ਮੁੱਲ ਪਾਇਆ। ਰਾਸ਼ਨ ਵਾਲਿਆਂ ਨੇ 2 ਸਿਰ ਆਟਾ ਮੁੱਲ ਪਾਤਾ। ਕਿਸੇ ਨੇ 3 ਪੈਸੇ ਮੁੱਲ ਪਾਇਆ।
ਪਰ ਜਿਸ ਵੇਲੇ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਉਹ ਲਾਲ ਨੂੰ ਲੈ ਕੇ ਇੱਕ ਪਰਖਣ ਵਾਲੇ ਬੰਦੇ ਸਾਲਸਰਾ ਜੌਹਰੀ ਕੋਲ ਗਏ ਨਾ, ਤਾਂ ਉਹਨਾਂ ਨੇ ਉਸ ਦਾ ਮੁੱਲ ਪਾਉਣ ਤੋਂ ਪਹਿਲਾਂ ਉਹਦੀ ਦਰਸ਼ਨੀ ਭੇਟਾ 125 ਰੁਪਈਆ ਰੱਖ ਦਿੱਤੀ। ਔਰ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਵੀ ਆਹ ਲਓ 125 ਰੁਪਈਆ। ਅਤੇ ਮਰਦਾਨਾ ਕਹਿਣ ਲੱਗੇ ਇੰਨੇ ਪੈਸੇ? ਕਹਿੰਦੀ ਇੰਨੇ ਨਹੀਂ, ਇਹ ਤਾਂ ਵੇਖਣ ਦਾ ਭੇਟਾ ਹੈ, ਦਰਸ਼ਨੀ ਭੇਟਾ ਹੈ, ਮੁੱਲ ਤਾਂ ਤੁਸੀਂ ਦੱਸੋ ਕਿੰਨਾ ਲੈਣਾ। ਮਰਦਾਨਾ ਜੀ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਕਿੰਨੇ ਦਾ। ਸਾਲਸਰਾ ਜੌਹਰੀ ਕਹਿੰਦਾ ਮੈਨੂੰ ਵੀ ਨਹੀਂ ਪਤਾ ਇਹ ਕਿੰਨੇ ਕਦਾ, ਇਹ ਤਾਂ ਬੜਾ ਕੀਮਤੀ ਹੈ, ਮੈਂ ਤਾਂ ਵੇਖਿਆ ਪਹਿਲੀ ਵਾਰ ਹੈ ਇਹ। ਭਾਈ ਮਰਦਾਨਾ ਜੀ ਕਹਿਣ ਲੱਗੇ ਫਿਰ ਮੈਂ ਮੇਰੇ ਮਾਲਕ ਨੂੰ ਪੁੱਛ ਕੇ ਆਉਣਾ, ਉਹਨਾਂ ਨੂੰ ਪਤਾ ਹੋਵੇਗਾ। ਅਤੇ ਭਾਈ ਮਰਦਾਨਾ ਜੀ ਮੁੜਨ ਲੱਗੇ ਅਤੇ ਸਾਲਸਰਾ ਕਹਿੰਦਾ ਆਹ 125 ਰੁਪਈਆ ਤਾਂ ਲਈ ਜਾਓ, ਇਹ ਤਾਂ ਦਰਸ਼ਨੀ ਭੇਟਾ ਹੀ ਹੈ, ਬਾਕੀ ਜਿੰਨੇ ਤੁਸੀਂ ਕਹੋਗੇ ਉਹਨੇ ਦੇ ਦਿਆਂਗੇ। ਜਿਸ ਵੇਲੇ ਭਾਈ ਮਰਦਾਨਾ ਜੀ ਕਹਿੰਦੇ ਵਾਪਸ ਆਏ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪੁੱਛਦੇ ਮਰਦਾਨਿਆਂ ਕਿੰਨੇ ਦਾ ਵੇਚ ਆਇਆ? ਮਹਾਰਾਜ ਜੀ ਹੋਰ ਲੋਕਾਂ ਨੇ ਤਾਂ ਇਹਦਾ ਮੁੱਲ ਸਾਰਾ 3 ਪੈਸੇ ਪਾਇਆ, ਅਤੇ ਪਰ ਇੱਕ ਜਿਹੜੇ ਜੌਹਰੀ ਕੋਲੇ ਤੁਸੀਂ ਭੇਜਿਆ ਨਾ, ਕਮਾਲ ਕਰਤੀ, ਉਹਨੇ ਤਾਂ 125 ਰੁਪਈਆ ਵੇਖਣ ਦਾ ਹੀ ਦੇਤਾ। ਅਤੇ ਬਾਕੀ ਉਹ ਕਹਿੰਦਾ ਜਿੰਨੇ ਹੋਰ ਲਓਗੇ ਉਹਨੇ ਵੀ ਦੇ ਦਿਆਂਗੇ। ਮਹਾਰਾਜ ਕਿੰਨੇ ਪੈਸੇ ਕਹਾਂ? ਅਤੇ ਬਾਬਾ ਨਾਨਕ ਜੀ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਕਿੰਨੇ ਦਾ। ਕਹਿੰਦੇ ਮੈਨੂੰ ਨਹੀਂ ਪਤਾ ਕਿੰਨੇ ਦਾ, ਉਹਨੂੰ ਪੁੱਛ ਜਿਹੜਾ ਜੌਹਰੀ ਆ। ਜੌਹਰੀ ਕਹਿੰਦਾ ਮੈਨੂੰ ਨਹੀਂ ਪਤਾ। ਮਰਦਾਨਾ ਜੀ ਕਹਿੰਦੇ ਮੈਨੂੰ ਨਹੀਂ ਪਤਾ। ਬਾਬਾ ਨਾਨਕ ਜੀ ਕਹਿੰਦੇ ਮੈਨੂੰ ਨਹੀਂ ਪਤਾ। ਤਾਂ ਜਦੋਂ ਇਹ ਗੱਲ ਚੱਲੀ ਅਤੇ ਬਾਬਾ ਨਾਨਕ ਜੀ ਕਹਿੰਦੇ ਮਰਦਾਨਿਆਂ ਇਹ ਪਰਮੇਸ਼ਰ ਦਾ ਨਾਮ ਹੈ, ਪਰਮੇਸ਼ਰ ਦੇ ਨਾਮ ਦਾ ਕੋਈ ਮੁੱਲ ਨਹੀਂ, ਜੋ ਵੀ ਦਿੰਨੇ ਆ ਇਹ ਦਰਸ਼ਨੀ ਭੇਟਾ ਹੀ ਆ, ਇਹਦਾ ਕੋਈ ਮੁੱਲ ਨਹੀਂ ਪਾ ਸਕਦਾ। ਇਹ ਅਮੁੱਲ ਗੁਣ ਅਮੁੱਲ ਵਪਾਰ ਦੀ ਨਿਆਈ ਹੈ। ਅਤੇ ਭਾਈ ਮਰਦਾਨਾ ਜੀ ਕਹਿੰਦੇ ਫਿਰ ਤਾਂ ਮੈਂ ਨਹੀਂ ਵੇਚਦਾ, ਪਰਮੇਸ਼ਰ ਦਾ ਨਾਮ ਤਾਂ ਬੰਦੇ ਦੇ ਨਾਲ ਜਾਣਾ, ਦਰਗਾਹ ਦੇ ਵਿੱਚ ਇਹਨੇ ਸਾਡੀ ਮਦਦ ਕਰਨੀ ਆ, ਫਿਰ ਮੈਂ ਨਹੀਂ ਵੇਚਦਾ। ਕਹਿੰਦੇ ਨਹੀਂ ਵੇਚਦਾ ਤਾਂ ਦਰਸ਼ਨੀ ਭੇਟਾ ਮੋੜ ਕੇ ਆ। ਅਤੇ ਭਾਈ ਮਰਦਾਨਾ ਜੀ ਉਹ ਦਰਸ਼ਨੀ ਭੇਟਾ ਵਾਲੀ ਥੈਲੀ ਚੱਕੀ 125 ਰੁਪਈਏ ਦੀ, ਜਾ ਕੇ ਸਾਲਸਰਾਏ ਨੂੰ ਕਹਿੰਦੇ ਵੀ ਮੇਰਾ ਮਾਲਕ ਕਹਿੰਦਾ ਅਸੀਂ ਵੇਚਣਾ ਨਹੀਂ ਗਾ ਮਾਲ, ਆਹ ਚੱਕ ਆਪਦੇ ਪੈਸੇ। ਗਾ ਸਾਲਸਰਾਏ ਜੌਹਰੀ ਵੀ ਧਰਮੀ ਬੰਦਾ ਸੀਗਾ, ਇਹ ਪਟਨਾ ਸਾਹਿਬ ਦਾ ਸੀਗਾ, ਇਹਨੂੰ ਪਹਿਲਾਂ ਪਾਟਲੀ ਪੁੱਤਰ ਕਹਿੰਦੇ ਸੀਗੇ, ਪਹਿਲਾਂ ਇਹਦਾ ਨਾਮ ਬਿਸ਼ੰਬਰਪੁਰ ਵੀ ਸੀ, ਇਹਦੇ ਬਹੁਤ ਨਾਮ ਪਏ ਨੇ ਗੁਰੂ ਪਿਆਰਿਓ। ਤਾਂ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਵਿੱਚ ਲੈਣਾ ਨਹੀਂ ਗਾ, ਵਿੱਚ ਦਰਸ਼ਨੀ ਭੇਟਾ ਅਸੀਂ ਰੱਖਣੀ ਨਹੀਂ, ਮਰਦਾਨੇ ਨੂੰ ਰੱਖਣ ਨਹੀਂ ਦਿੰਦੇ। ਅਤੇ ਸਾਲਸਰਾਏ ਕਹਿੰਦਾ ਮੈਂ ਵਾਪਸ ਨਹੀਂ ਲੈਂਦਾ, ਮੈਂ ਦਰਸ਼ਨ ਕਰ ਲਏ। ਇਸ ਕਰਕੇ ਗੁਰੂ ਪਿਆਰਿਓ ਜਦੋਂ ਇਹ ਗੱਲ ਚੱਲੀ ਅਤੇ ਭਾਈ ਮਰਦਾਨਾ 7-8 ਗੇੜੇ ਲਾ ਗਏ, ਅਤੇ ਅਖੀਰ ਮਰਦਾਨਾ ਥੈਲੀ ਸਿੱਟ ਕੇ ਭੱਜਿਆ ਆ, ਕਹਿੰਦਾ ਵੀ ਅਸੀਂ ਨਹੀਂ ਲੈਣੀ ਤੇ ਭੇਟ, ਚੱਕ ਤੂੰ ਆਪਦੇ। ਥੈਲੀ ਸਿੱਟ ਕੇ ਭੱਜਿਆ ਘਰ ਨੂੰ ਪਾਤਸ਼ਾਹ ਜੀ ਦੇ ਕੋਲ। ਫਿਰ ਮਗਰ ਸਾਲਸਰਾਏ ਜੌਹਰੀ ਆਉਂਦਾ, ਉਹਦਾ ਨੌਕਰ ਅਧਰਕਾ ਆਉਂਦਾ, ਉਹ ਜਲ ਪਾਣੀ ਨਾਲ ਸੇਵਾ ਕਰਦੇ ਆ ਸਤਿਗੁਰਾਂ ਦੀ। ਅਤੇ ਸਤਿਗੁਰ ਫਿਰ ਸਾਲਸਰਾਏ ਤੋਂ ਪਹਿਲਾਂ ਅਧਰਕੇ ਨੇ ਨਮਸਕਾਰ ਕੀਤੀ, ਕਹਿੰਦੇ ਤੁਸੀਂ ਤਾਂ ਰੱਬ ਹੋ ਮਹਾਰਾਜ, ਤੁਸੀਂ ਤਾਂ ਪਰਮੇਸ਼ਰ ਸਰੂਪ ਹੋ, ਕਿਉਂਕਿ ਸਤਸੰਗੀ ਸੀਗਾ। ਸਾਲਸਰਾਏ ਜੌਹਰੀ ਵਪਾਰੀ ਸੀਗਾ। ਨੌਕਰ ਅਧਰਕੇ 'ਤੇ ਪਾਤਸ਼ਾਹ ਨੇ ਕਿਰਪਾ ਕੀਤੀ, ਉਹਨੂੰ ਬ੍ਰਹਮ ਗਿਆਨ ਕਰਾਤਾ, ਔਰ ਉਸ ਨੂੰ ਉੱਥੋਂ ਦਾ ਪ੍ਰਚਾਰਕ ਬਣਾਉਣ ਦੀ ਸਲਾਹ ਕੀਤੀ। ਸਾਲਸਰਾਏ ਕਹਿਣ ਲੱਗਿਆ ਜੀ ਮੇਰਾ ਜਿਹੜਾ ਨੌਕਰ ਹੈ ਨਾ ਸਤਸੰਗੀ ਬੰਦਾ ਹੈ, ਇਹਨੂੰ ਤੁਹਾਡੀ ਪਛਾਣ ਪਹਿਲਾਂ ਆ ਗਈ, ਮੈਨੂੰ ਵੀ ਪਛਾਣ ਕਰਾਓ। ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣੇ ਕੋਲੋਂ ਜਿਹੜਾ ਪਰਨਾ ਸੀ ਉਹਨਾਂ ਦੇ ਕੋਲ, ਮਾਲ ਵਿੱਚ ਮੂਕਾ ਕਹਿ ਦਿੰਦੇ ਆ, ਪਰਨਾ ਕਹਿ ਦਿੰਦੇ ਆ, 2 ਗਜ ਦਾ ਕੱਪੜਾ ਜੋ ਅਸੀਂ ਕਮਰ ਕਸਾ ਕਹਿੰਦੇ ਆ ਗੁਰਮਤਿ ਅਨੁਸਾਰ ਇਸ ਨੂੰ, ਕਹਿੰਦੇ ਆਪਣੇ ਕੋਲੋਂ ਉਹ ਪਰਨਾ ਦਿੱਤਾ, ਕਹਿੰਦੇ ਇਹਨੂੰ ਸਿਰ 'ਤੇ ਬੰਨ੍ਹ। ਅਤੇ ਜਦੋਂ ਸਾਲਸਰਾਏ ਨੇ ਉਹ ਪਰਨਾ ਸਿਰ 'ਤੇ ਬੰਨ੍ਹਿਆ, ਉਹਨੂੰ ਵੀ ਗਿਆਨ ਹੋ ਗਿਆ। ਫਿਰ ਪਾਤਸ਼ਾਹ ਕਹਿੰਦੇ ਅਸੀਂ ਦੇਣੀ ਤਾਂ ਅਧਰਕੇ ਨੂੰ ਇੱਥੇ ਮੰਜੀ ਸੀ ਪ੍ਰਚਾਰ ਕਰਨ ਵਾਸਤੇ, ਇਸ ਇਲਾਕੇ ਦਾ ਪ੍ਰਚਾਰਕ ਬਣਾਉਣਾ ਸੀਗਾ,
पर लोक इलाज करके तू इहदा मालक है, तैनूं टाइम पहलां दे दिंदे आ, तेरा टाइम भी थोड़ा रह गया, 2 साल ते कुछ महीने, उन्ना चिर तू प्रचार करी ते उस तो बाद शरीर छड्डण लग्या, ये ड्यूटी तू अधरके नूं देनी है। तो ये है परमेश्वर का नाम। जिस तरह हीरे का एक सुभाव है गुरु प्यारिओ, वो हनेरे भी चमकदा है, जे उत्ते उहदे कोई पर्दा पा दईए तो पर्दे दे विच दी उहदी रोशनी टप जाती है। इस तरह परमेश्वर का नाम जिहड़ा है साडी चेतना दे विच अगर वस जावे तो मनुख दे शरीर दे भी उहदे ते लाली भा मारदी आ। तुसीं जगदी बैटरी उत्ते हत्थ लाओगे तो तुहाडे हत्थ दे विच दी लाइट टपदी है तो हत्थ चमकण लग जांदा उत्तों। उस तरह ही ये जिहड़ा परमेश्वर का नाम है, पातशाह जी कहंदे ये चमकदा, ये मनुख के चेहरे ते भी चमक लिया दिंदा जी अंदर नाम होवे। सतगुरु पातशाह जी कहंदे ये नाम जिहड़ा परमेश्वर का ये एक तरह का हीरा है। अंदर हीरा लाल बनाया, पर हरेक नूं पता नहीं सीगा। इस करके सतगुरु पातशाह जी ने कृपा कीती, जिहड़ा अंदर हीरा लाल बनाया ये परमेश्वर का नाम है, जो सारिਆਂ ਦੇ अंदर है, जो साडे अंदर चेतना है। अंदर हीरा लाल बनाया पर इहदी पछाण सानू नहीं आई, तो गुर कै शब्द परख परखाया, गुरु नूं पुछया ते गुरु ने सानू परख कराई बई असल विच तेरा जिहड़ा स्वरूप है वो ये है। साडी आत्मा जिहड़ी है ये भी मन दा परमात्मा दी अंश है। जिस तरह पातशाह कहते हैं मन तू जोत स्वरूप है, अपना मूल पछाण मन हरजी तेरे नाल है, गुरमती रंग मान। पातशाह जी कहते परमेश्वर जिहड़ा स्वरूप है ना, ये आत्मा जिहड़ी है परमेश्वर की अंश है, पर परमेश्वर नाल जुड़ के ही इस दे विच लाली आउणी आ, इहदे विच चमक आउणी आ। जिस तरह गुरु प्यारे लक्कड़ दे कोले हुंदे आ, लक्कड़ दा कोला होवे, पत्थर दा कोला होवे, ये कोले अग चों ही निकले सीगे। जिस वेले कोला अग नाल जुड़िया होया सी, ये लाल सीगा, चमकदा सीगा, इहदे विच गरमैश भी सी, ये चानण भी करदा सी। पर जदों ही अग तो अलग हो गया, अग तो पासे कर दिता गया, तो यह काला पै गया। हुण उस कोले नूं दुबारा लाल करना होवे ते फिर जिन्ना मर्जी को तू जोर ला दे, वो लाल नहीं हो सकता। जे उस ते कोई लाल रंग भी फेर की कोशिश करे तो वह भी नकली होवेगा। तो फिर की करे, उसनूं वो कोले नूं वापस अग दे विच रख दिओ, कुछ नहीं करन दी लोड़, उहने नाल दी नाल लाल हो जाना, उहदे विच ओही गुण पहलां वाले फिर आ जाने आ। इस तरह ही असी जिहड़े हाँ परमेश्वर तो विछड़ के काले पीले जे हो गए हाँ, परमेश्वर तो विछड़ के असी दुखी हाँ, परमेश्वर तो विछड़ के ही साडे रंग बदल गए हैं, साडे सुभाव बदल गए हैं। तो जदों ही यह जीव गुरु की कृपा लैके मालक नाल जुड़दा है तो इहदे विचों रंग फिर आ जांदा, इहदे विचों लाली फिर आ जाती आ। लाल रंग तिसको लगा जिसकै वडभागा, मैला कदे न होवे न लागै दागा। इस तरह इहदे विच ओह गुण जिहड़े इहदे विच परमेश्वर दे नाल जुड़न करके सीगे, टुटन करके खत्म हो गए, जुड़ के दोबारा फिर आ सकते हैं। सतगुरु पातशाह जी बख्शिश करते हैं, तीसरे पातशाह, जदों मैं गुरु कोल गया तो गुरु ने मैनू मुल दसिया मेरे मनुखा जीवन का, भई प्राप्त मानुख दे हुरीआ, गोबिंद मिलन की एहो तेरी वरीआ। ये देह सो कंचन चंगड़ी आए, शरीर तो सोने तो भी चंगा है। इस करके
ਜਦੋਂ ਗੁਰੂ ਨੇ ਪਰਖ ਕਰਕੇ ਦੱਸਿਆ ਵੀ ਤੂੰ ਇਹਨੂੰ ਪਛਾਣ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ, ਦੁਨੀਆ ਇੱਕ ਮੇਲਾ ਹੈ ਕਿਸ ਦਾ ਫੜਿਆ ਹੋਇਆ ਨਹੀਂ, ਦੁਨੀਆ ਆਈ ਜਾਂਦੀ ਹੈ ਜਾਈ ਜਾਂਦੀ ਹੈ, ਤੂੰ ਆਪਣੇ ਆਪ ਨੂੰ ਪਰਖ। ਜਦੋਂ ਗੁਰੂ ਨੇ ਪਰਖ ਕਰਾਈ ਸਾਨੂੰ ਤਾਂ ਫਿਰ ਕੀ ਹੋਇਆ? ਜਿਨ ਸੱਚ ਪੱਲੇ ਸੱਚ ਵਖਾਣੈ, ਉਹਨਾਂ ਨੂੰ ਸੱਚ ਦੀ ਜਾਣਕਾਰੀ ਕਰਾਈ ਵੀ ਸੱਚ ਕੀ ਆ। ਜਿਸ ਤਰ੍ਹਾਂ ਗੁਰੂ ਪਿਆਰਿਓ ਰਾਜੇ ਜਨਕ ਨੂੰ ਰਾਤ ਨੂੰ ਸੁਪਨਾ ਆਇਆ, ਸੁਪਨੇ ਦੇ ਵਿੱਚੋਂ ਕੀ ਦੇਖਦਾ ਹੈ ਕਿ ਮੈਂ ਇੱਕ ਭਿਖਾਰੀ ਆ ਔਰ ਦਰ ਦਰ ਤੇ ਮੰਗਦਾ ਫਿਰਦਾ। ਸੁਪਨੇ ਦੇ ਵਿੱਚ ਮੰਗਦਾ ਮੰਗਦਾ ਇੱਕ ਐਸੇ ਸਥਾਨ ਤੇ ਪਹੁੰਚਿਆ ਜਿੱਥੇ ਕੋਈ ਲੰਗਰ ਕੋਈ ਭੰਡਾਰਾ ਚੱਲ ਰਿਹਾ ਸੀ, ਤੇ ਉਹਨਾਂ ਨੂੰ ਕਹਿੰਦਾ ਮੈਨੂੰ ਵੀ ਦਿਓ ਕੁਝ ਖਾਣ ਨੂੰ। ਸੁਪਨੇ ਦੇ ਵਿੱਚ ਕਹਿੰਦੇ ਭੰਡਾਰੇ ਵਾਲਿਆਂ ਨੇ ਕਿਹਾ ਵੀ ਭਾਂਡਾ ਲਿਆ। ਉਹਨੂੰ ਨੇੜੇ ਕੋਈ ਠੀਕਰਾ ਮਿਲਿਆ ਤੇ ਉਹ ਠੀਕਰਾ ਹੀ ਲੈ ਕੇ ਬਹਿ ਗਿਆ, ਤੇ ਉਹਨਾਂ ਨੇ ਠੀਕਰੇ ਵਿੱਚ ਉਹਨੂੰ ਖਾਣ ਦਾ ਭੋਜਨ ਪਾ ਦਿੱਤਾ, ਚੌਲ ਆਦਿ ਜੋ ਵੀ ਸੀ ਬਣਿਆ। ਜਿਸ ਵੇਲੇ ਉਹ ਖਾਣ ਲੱਗਿਆ ਨਾ, ਤੇ ਕਹਿੰਦੇ ਅਚਾਨਚੱਕ ਦੋ ਬਲਦ ਲੜਦੇ ਹੋਏ, ਢੱਠੇ ਲੜਦੇ ਹੋਏ ਇਹਦੇ ਵੱਲ ਗਏ ਤੇ ਇਹਦੇ ਵਿੱਚ ਵੱਜੇ ਤੇ ਇਹ ਤੋਂ ਠੀਕਰਾ ਡਿੱਗ ਪਿਆ। ਠੀਕਰਾ ਟੁੱਟਦਿਆਂ ਹੀ ਇਸ ਦਾ ਗੁਰੂ ਪਿਆਰਿਓ ਜਾਗ ਵੀ ਖੁੱਲ੍ਹ ਗਈ ਸੀ, ਤਾਂ ਘਰੇ ਪਿਆ ਸੀ ਮਹਿਲਾਂ ਦੇ ਵਿੱਚ, ਪਰ ਸੁਪਨੇ ਦੇ ਵਿੱਚ ਇਹ ਭਿਖਾਰੀ ਬਣ ਗਿਆ। ਜਾਗ ਖੁੱਲ੍ਹ ਗਈ, ਉੱਠ ਕੇ ਬੈਠ ਗਿਆ, ਹੈਰਾਨ ਹੋ ਗਿਆ ਵੀ ਅੱਜ ਮੈਨੂੰ ਇੱਦਾਂ ਦਾ ਸੁਪਨਾ ਕਿਉਂ ਆਇਆ। ਰਾਜਾ ਸੋਚ ਸਕਦਾ ਵੀ ਮੈਂ ਭਿਖਾਰੀ ਹੋ ਸਕਦਾ? ਭਾਵ ਕਦੇ ਵੀ ਨਹੀਂ। ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਛੜਤ ਦੁੱਖ ਪਾਇਆ, ਸੋ ਗਤ ਭਈ ਹਮਾਰੀ। ਗਤ ਹੁੰਦੀ ਆ ਹਾਲਤ, ਜਿਹੜੀ ਹਾਲਤ ਉਸ ਰਾਜੇ ਦੀ ਹੋਈ। ਸੁਪਨੇ ਦੇ ਵਿੱਚੋਂ ਭਿਖਾਰੀ ਬਣ ਗਿਆ, ਦਰ ਦਰ ਦਾ ਮੰਗਤਾ ਬਣ ਗਿਆ ਜਿਹੜਾ ਇੱਕ ਰਾਜਾ ਸੀ, ਪਰ ਜਦ ਸੁਪਨਾ ਟੁੱਟਿਆ ਤੇ ਉਹ ਫਿਰ ਰਾਜਾ ਬਣ ਗਿਆ। ਪਰ ਹੈਰਾਨ ਹੋ ਗਿਆ ਵੀ ਇਹ ਸੁਪਨਾ ਮੈਨੂੰ ਕਿਉਂ ਆਇਆ, ਤੇ ਉਸਨੇ ਇਸ ਸੁਪਨੇ ਨੂੰ ਜਾਣਨ ਲਈ ਆਪਣੇ ਵਜ਼ੀਰਾਂ ਮੰਤਰੀਆਂ ਨੂੰ ਕਿਹਾ ਵੀ ਰਿਸ਼ੀਆਂ ਮੁਨੀਆਂ ਨੂੰ ਬ੍ਰਾਹਮਣਾਂ ਨੂੰ ਸੱਦੋ, ਸਿਆਣੇ ਬੰਦਿਆਂ ਨੂੰ ਪੁੱਛਦਾ ਕਿ ਦੱਸੋ ਇਹ ਸੱਚ ਹੈ ਕਿ ਉਹ ਸੱਚ ਹੈ। ਵਿੱਚੋਂ ਇਹ ਨਹੀਂ ਦੱਸਦਾ ਵੀ ਸੁਪਨਾ ਸੱਚ ਹੈ ਕਿ ਦੁਨੀਆ ਸੱਚ ਹੈ, ਫਿਰ ਤਾਂ ਲੋਕ ਕਹਿ ਦੇਣਗੇ ਦੁਨੀਆ ਸੱਚ ਹੈ ਸੁਪਨਾ ਝੂਠਾ ਹੈ। ਪਰ ਇਹ ਸੁਪਨੇ ਦਾ ਨਾਮ ਨਹੀਂ ਲੈਂਦਾ, ਇਹ ਕਹਿੰਦਾ ਇਹ ਸੱਚ ਹੈ ਕਿ ਉਹ ਸੱਚ ਹੈ। ਤਾਂ ਉਸ ਵੇਲੇ ਫਿਰ ਗੁਰੂ ਪਿਆਰਿਓ ਕਿਸੇ ਤੋਂ ਵੀ ਇਹਦੇ ਸਵਾਲ ਦਾ ਹੱਲ ਨਾ ਹੋਇਆ, ਤੇ ਅਖੀਰ ਅਸ਼ਟਾਵਕਰ ਨੇ ਪਹੁੰਚ ਕਰਕੇ ਇਸ ਨੂੰ ਗਿਆਨ ਕਰਾਇਆ ਵੀ ਨਾ ਇਹ ਸੱਚ ਹੈ ਨਾ ਉਹ ਸੱਚ ਹੈ, ਆਹ ਸੱਚ ਹੈ। ਤਿੰਨ ਚੀਜ਼ਾਂ, ਇਹ ਉਹ ਤੇ ਆਹ। ਉਹ ਜੋ ਰਾਤ ਨੂੰ ਸੁਪਨਾ ਆਇਆ, ਇਹ ਜੋ ਦਿਸਣ ਵਾਲਾ ਸੰਸਾਰ ਹੈ, ਆਹ ਜੋ ਆਪਣਾ ਆਪਾ ਹੈ। ਉਹਨੂੰ ਗਿਆਨ ਕਰਾਇਆ ਵੀ ਆਹ ਸੱਚ ਹੈ, ਤੇਰਾ ਆਪਣਾ ਆਪਾ ਸੱਚ ਹੈ। ਜਿੰਨਾ ਚਿਰ ਅਸੀਂ ਜਿਉਂਦੇ ਹਾਂ ਸਾਡਾ ਆਪਣਾ ਆਪਾ ਸਾਡੇ ਨਾਲ ਹੈ। ਸਾਡੀਆਂ ਅੱਖਾਂ ਦੇ ਸਾਹਮਣੇ ਕਈ ਆਏ, ਕਈ ਜੰਮੇ, ਕਈ ਮਰ ਗਏ, ਪਰ ਅਸੀਂ ਜਿਉਂਦੇ ਹਾਂ। ਤੇ ਜਦੋਂ ਅਸੀਂ ਇਹ ਸਰੀਰ ਛੱਡ ਦਿੱਤਾ, ਅਸੀਂ ਇੱਥੋਂ ਚਲੇ ਜਾਵਾਂਗੇ, ਪਰ ਅਸੀਂ ਫਿਰ ਵੀ ਨਹੀਂ ਮਰਾਂਗੇ, ਆਤਮਾ ਨਿਕਲ ਜਾਵੇਗੀ। ਤਾਂ ਤੇ ਰਾਜੇ ਜਨਕ ਨੂੰ ਗਿਆਨ ਕਰਾਇਆ ਵੀ ਆਹ ਸੱਚ ਹੈ। ਤੇ ਉਹ ਸੱਚ ਦੇ ਬਾਰੇ ਜਦੋਂ ਗੁਰੂ ਗਿਆਨ ਕਰਾਉਂਦਾ ਹੈ, ਜਿਨ ਸੱਚ ਪੱਲੇ, ਜਿਨ੍ਹਾਂ ਨੂੰ ਉਹ ਸੱਚ ਮਿਲ ਗਿਆ, ਸੱਚ ਵਿਖਾਣਾ, ਉਹ ਸੱਚ ਦੀ ਗੱਲ ਕਰਦੇ ਆ। ਬਹੁਤ ਸਾਰੇ ਭਗਤਾਂ ਨੂੰ, ਫਕੀਰਾਂ ਨੂੰ ਤਸੀਹੇ ਦਿੱਤੇ ਗਏ ਜਦੋਂ ਉਹਨਾਂ ਨੇ ਸੱਚ ਦੀ ਗੱਲ ਕੀਤੀ, ਤੇ ਜਿਨ੍ਹਾਂ ਨੂੰ ਨਹੀਂ ਸਮਝ ਆ ਰਿਹਾ ਸੀ ਉਹਨਾਂ ਨੇ ਦੂਸ਼ਣ ਲਾਏ। ਮੀਰਾਬਾਈ ਸੱਚ ਨਾਲ ਜੁੜ ਗਈ ਹੈ, ਹੁਣ ਉਸ ਨੂੰ ਰਾਜੇ ਰਾਣੇ ਹੋਣ ਦਾ ਕੋਈ ਭਾਅ ਨਹੀਂ। ਉਹ ਪਰਮੇਸ਼ਰ ਨਾਲ ਜੁੜੀ, ਉਹਦੀ ਮਸਤੀ ਵਿੱਚ ਮਸਤ ਰਹਿੰਦੀ ਹੈ। ਜਿਹੜੇ ਝੂਠ ਨਾਲ ਜੁੜੇ ਹੋਏ ਨੇ, ਝੂਠੀ ਵਡਿਆਈ ਨਾਲ ਜੁੜੇ ਹੋਏ ਆ, ਜਿਵੇਂ ਬ੍ਰਾਹਮਣ ਲੋਕ ਰਾਜੇ ਨੂੰ ਕਹਿੰਦੇ ਆ ਕਿ ਰਾਜਾ ਸਾਹਿਬ ਦੇਖੋ ਤੁਹਾਡੀ ਘਰਵਾਲੀ ਤੁਹਾਡੀ ਬੇਇੱਜ਼ਤੀ ਕਰਦੀ ਫਿਰਦੀ ਆ। ਕਿਉਂ?
क्योंकि देखो ये रविदासीए दे चमियारां दे पैरी पैंदी आ, ਉਹਦੀ ਸਾਧਨੀ ਬਣ ਗਈ ਆ, ਉਹਦੀ ਚੇਲੀ ਬਣ ਗਈ ਆ। ਮੀਰਾ ਬਾਈ ਨੇ ਭਗਤ ਰਵਿਦਾਸ ਜੀ ਤੋਂ ਗਿਆਨ ਲਿਆ ਸੀ। ਝਾਲਾਂ ਬਾਈ ਵੀ ਉਹਦੀ ਸੇਵਕਾ ਸੀ। ਭਾਵੇਂ ਕਿ ਉਹ ਕ੍ਰਿਸ਼ਨ ਜੀ ਨੂੰ ਪੂਜਦੀ ਸੀ ਮੀਰਾ ਬਾਈ, ਤਾਂ ਬ੍ਰਾਹਮਣਾਂ ਨੇ ਸ਼ਿਕਾਇਤ ਲਾਉਣ 'ਤੇ ਰਾਜਾ ਗੁੱਸੇ 'ਚ ਆਇਆ ਅਤੇ ਰਾਜੇ ਨੇ ਮੀਰਾ ਬਾਈ ਨੂੰ ਭਗਤੀ ਕਰਨ ਤੋਂ ਰੋਕਣਾ ਚਾਹਿਆ, ਪਰ ਉਹ ਕਿੱਥੇ ਰੁਕੇ। ਜਿਨ ਸੱਚ ਪੱਲੇ ਸੇ ਸੱਚ ਵਖਾਣੈ, ਸੱਚ ਘਸਵੱਟੀ ਲਾਵਣਿਆ। ਉਹਨਾਂ ਨੇ ਆਪਣੇ ਜੀਵਨ ਨੂੰ ਸੱਚ ਦੀ ਘਸਵੱਟੀ 'ਤੇ ਲਾ ਕੇ ਪਰਖ ਲਿਆ। ਫਿਰ ਘਸਵੱਟੀਆਂ ਲੱਗਦੀਆਂ, ਪਰਮੇਸ਼ਰ ਵੀ ਘਸਵੱਟੀਆਂ ਲਾ ਲਾ ਕੇ ਵੇਖਦਾ ਆਪਣੇ ਭਗਤਾਂ ਨੂੰ। ਅਤੇ ਰਾਣੇ ਨੇ ਉਸ ਰਾਣੀ ਮੀਰਾ ਬਾਈ ਨੂੰ ਰੋਕਣ ਵਾਸਤੇ ਬੜਾ ਜ਼ੋਰ ਲਾਇਆ। ਅਖੀਰ ਉਹਨੂੰ ਮਾਰਨ 'ਤੇ ਉਤਰ ਆਇਆ। ਅਤੇ ਇੱਕ ਦਿਨ ਉਸ ਨੇ ਇੱਕ ਪਿਆਲੇ ਵਿੱਚ ਬੜਾ ਭਿਆਨਕ ਜ਼ਹਿਰ ਪਾ ਕੇ ਭੇਜਤਾ। ਰਾਣੀ ਮੀਰਾ ਬਾਈ ਕ੍ਰਿਸ਼ਨ ਜੀ ਦੇ ਮੰਦਰ ਵਿੱਚ ਬੈਠੀ ਭਗਤੀ ਕਰ ਰਹੀ ਸੀ, ਅਤੇ ਨੌਕਰ ਜਾ ਕੇ ਕਹਿਣ ਲੱਗੇ, ਜਾ ਕੇ ਰਾਣੀ ਨੂੰ ਕਹੋ ਬਈ ਰਾਜਾ ਸਾਹਿਬ ਨੂੰ ਅੰਮ੍ਰਿਤ ਲੱਭਿਆ। ਦੁਨੀਆ ਅੰਮ੍ਰਿਤ ਲੱਭਦੀ ਫਿਰਦੀ ਹੈ, ਰਾਜੇ ਨੂੰ ਲੱਭ ਗਿਆ, ਤੇਰੇ ਵਾਸਤੇ ਭੇਜਿਆ, ਪੀ ਲਾ। ਕਹਿੰਦੇ ਮੀਰਾ ਬਾਈ ਗਟ ਗਟ ਕਰਕੇ ਉਹ ਸਾਰਾ ਜ਼ਹਿਰ ਦਾ ਪਿਆਲਾ ਪੀ ਗਈ। ਉਹਨੂੰ ਕੋਈ ਉਸ ਦਾ ਮਾੜਾ ਅਸਰ ਨਹੀਂ ਹੋਇਆ। ਜ਼ਹਿਰ ਨੇ ਵੀ ਮਾਰਿਆ ਨਹੀਂ ਉਹਨੂੰ, ਕਿਉਂਕਿ ਉਹਦੇ ਅੰਦਰ ਪਹਿਲਾਂ ਅੰਮ੍ਰਿਤ ਪੈ ਚੁੱਕੇ ਹੈ। ਕਿਨਕਾ ਏਕ ਜੀ ਜੀਵ ਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਉਹਨੇ ਅੰਦਰੋਂ ਅੰਮ੍ਰਿਤ ਦੀ ਬੂੰਦ ਪੀ ਲਈ ਆ, ਅੰਦਰੋਂ ਪ੍ਰਗਟ ਕਰਕੇ। ਫਿਰ ਉਸ ਨੇ ਮੀਰਾ ਬਾਈ ਨੂੰ ਮਾਰਨ ਵਾਸਤੇ ਇੱਕ ਦਿਨ ਬੜਾ ਜ਼ਹਿਰੀਲਾ ਸੱਪ ਲਿਆ, ਅਤੇ ਸੱਪ ਨੂੰ ਆ ਸੋਨੇ ਵਾਲੇ ਡੱਬੇ 'ਚ ਬੰਦ ਕਰਕੇ, ਹਾਰ ਵਾਲੇ ਡੱਬੇ 'ਚ ਬੰਦ ਕਰਕੇ ਭੇਜਤਾ। ਕਹਿੰਦੇ ਜਾ ਕੇ ਕਹਿ ਦਿਓ ਰਾਣੀ ਨੂੰ ਵੀ ਰਾਜਾ ਸਾਹਿਬ ਨੇ ਤੁਹਾਡੇ ਲਈ 9 ਲੱਖਾਂ ਹਾਰ ਬਣਵਾਇਆ, ਇਹ ਗਲ 'ਚ ਪਾ ਲਓ। ਜਦ ਹੱਥ ਪਾਵੇਗੀ ਇਹ ਲੜ ਜਾਵੇਗਾ। ਕਹਿੰਦੇ ਜਦ ਉਸ ਦੇ ਸਾਹਮਣੇ ਜਾ ਕੇ ਡੱਬਾ ਰੱਖਤਾ, ਜੀ ਰਾਜਾ ਸਾਹਿਬ ਨੇ ਹਾਰ ਭੇਜਿਆ, ਲੈ ਲਓ। ਉਸੇ ਤਰ੍ਹਾਂ ਭਜਨ ਬੰਦਗੀ ਦੇ ਵਿੱਚ ਚਲਦਿਆਂ ਚਲਦਿਆਂ, ਗਾਉਂਦਿਆਂ ਗਾਉਂਦਿਆਂ ਪਰਮੇਸ਼ਰ ਦੀ ਲੀਲਾ, ਉਹਨੇ ਡੱਬਾ ਖੋਲ੍ਹਿਆ, ਹੱਥ ਪਾਇਆ, ਅਤੇ ਉਹ ਸੱਪ ਵਾਕਈ ਹਾਰ ਬਣ ਗਿਆ। ਪਾਤਸ਼ਾਹ ਦਾ ਬਚਨ ਹੈ, ਨਜ਼ਰ ਜਿਨ੍ਹਾਂ ਦੀ ਕੀਮੀਆਂ ਕੌਡੀਆਂ ਕਰਦੇ ਲਾਲ। ਜਿਨ੍ਹਾਂ ਦੀ ਨਜ਼ਰ ਵਿੱਚ ਇਹ ਪਾਵਰ ਆ ਗਈ, ਉਹ ਤਾਂ ਕੌਡੀਆਂ ਨੂੰ ਲਾਲ ਬਣਾ ਦੇਣ, ਸੱਪਾਂ ਨੂੰ ਹਾਰ ਬਣਾ ਦੇਣ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਇਹੋ ਹੀਰਾ ਰੂਪੀ ਮਨੁੱਖਾ ਜੀਵਨ, ਹੀਰਾ ਰੂਪੀ ਨਾਮ, ਹੀਰਾ ਰੂਪੀ ਆਤਮਾ ਜਿਨ੍ਹਾਂ ਨੂੰ ਸਮਝ ਆ ਗਈ, ਉਹਨਾਂ ਨੇ ਇਹਨੂੰ ਜਾਣਿਆ। ਅੰਦਰ ਹੀਰਾ ਲਾਲ ਬਣਾਇਆ, ਉਹਨਾਂ ਦੇ ਅੰਦਰ ਗੁਰੂ ਨੇ ਹੀਰਾ ਰੂਪੀ ਨਾਮ ਰੱਖ ਦਿੱਤਾ, ਅਤੇ ਨਾਮ ਦਾ ਪ੍ਰਕਾਸ਼ ਉਹਨਾਂ ਦੇ ਚਿਹਰੇ ਤੋਂ ਵੀ ਝਲਕਿਆ, ਉਹਨਾਂ ਦੇ ਦਿਮਾਗ 'ਚੋਂ ਵੀ ਝਲਕਿਆ, ਗਿਆਨ ਦੇ ਸ਼ਬਦ ਬਣ ਕੇ ਕਹੋ ਸਤਿਨਾਮ ਸ੍ਰੀ। ਉਹ ਨਾਮ ਰੂਪੀ ਲਾਲ ਦਾ ਫਿਰ ਉਹਨਾਂ ਦੇ ਉੱਤੇ ਅਸਰ ਹੁੰਦਾ। ਉਹਨਾਂ ਨੂੰ ਫਿਰ ਸੰਸਾਰੀ ਡੁਪਲੀਕੇਟ ਸ਼ਿੰਗਾਰ ਕਰਨ ਦੀ ਲੋੜ ਨਹੀਂ ਹੈ, ਸੰਸਾਰੀ ਚਮਕਾਂ ਪਾਊਡਰ ਆਦਿ ਮੂੰਹ 'ਤੇ ਲਾਉਣ ਦੀ ਲੋੜ ਨਹੀਂ ਹੈ। ਉਹ ਅੰਦਰ ਰੱਖੇ ਨਾਮ ਦੀ ਲਾਲੀ ਮੂੰਹ 'ਤੇ ਆ ਜਾਂਦੀ ਹੈ। ਨੂਰ ਜਿਹਨੂੰ ਆਪਾਂ ਕਹਿੰਦੇ ਹਾਂ ਬੜਾ ਨੂਰ ਆ, ਉਹ ਨੂਰ ਨਾਮ ਜਪਣ ਵਾਲਿਆਂ ਕੋਲੇ ਹੁੰਦਾ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਇਸ ਤਰ੍ਹਾਂ, ਅੰਦਰ ਹੀਰਾ ਲਾਲ ਬਣਾਇਆ, ਗੁਰ ਕੈ ਸ਼ਬਦ ਪਰਖ ਪਰਖਾਇਆ। ਜਿਨ ਸੱਚ ਪੱਲੇ ਸੱਚ ਵਖਾਣੈ, ਸੱਚ ਘਸਵੱਟੀ ਲਾਵਣਿਆ। ਹਉ ਵਾਰੀ ਜੀਓ ਵਾਰੀ, ਗੁਰ ਕੀ ਬਾਣੀ ਮਨ ਵਸਾਵਣਿਆ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਜੀ ਨੇ ਇਹ ਚੀਜ਼ਾਂ ਦੀ ਜਾਣਕਾਰੀ ਲਈ ਆ, ਉਹਨਾਂ ਦੇ ਨਾਲ ਇਹ ਘਟਨਾਵਾਂ ਘਟੀਆਂ ਨੇ। ਕਿਉਂਕਿ 65 ਸਾਲ ਦੀ ਉਮਰ ਤੱਕ ਉਹਨਾਂ ਨੂੰ ਕੋਈ ਇਹੋ ਜਿਹਾ ਬਦਲਾਅ ਨਹੀਂ ਸੀ ਦੇਖਿਆ ਜ਼ਿੰਦਗੀ 'ਚ। ਅਤੇ ਜਿਸ ਵੇਲੇ ਸਤਿਗੁਰੂ ਅੰਗਦ ਦੇਵ ਜੀ ਦੇ ਚਰਨੀ ਆਉਣ ਲੱਗੇ, ਉਹਨਾਂ ਨੇ ਕਿਰਪਾ ਕੀਤੀ ਅਤੇ ਜੀਵਨ ਕਨਵਰਟ ਹੋ ਗਿਆ। ਉਹਨਾਂ ਦਾ ਜੀਵਨ 'ਚ ਬਦਲਾਅ ਆਇਆ, ਉਹਨਾਂ ਨੇ ਫੀਲ ਕੀਤਾ। ਅਤੇ ਜਦੋਂ ਗੁਰਤਾ ਗੱਦੀ 'ਤੇ ਬੈਠੇ, ਅਤੇ ਫਿਰ ਉਹਨਾਂ ਨੇ ਗੁਰੂ ਪਿਆਰੋ ਉਹ ਸਾਰੀਆਂ ਵਿਚਾਰਾਂ ਆਪਣੇ ਅੰਦਰਲੀ ਖੇਡ ਸਾਰੀ ਗੁਰਬਾਣੀ ਦੇ ਵਿੱਚ ਉਤਾਰ ਦਿੱਤੀ, ਗੁਰਬਾਣੀ ਉਚਾਰਨ ਕਰ ਦਿੱਤੀ ਸਾਨੂੰ ਸਮਝਾਉਣ ਵਾਸਤੇ। ਜਿਨ ਸੱਚ ਪੱਲੇ ਸੱਚ ਵਖਾਣੈ, ਸੱਚ ਘਸਵੱਟੀ ਲਾਵਣਿਆ। ਹਉ ਵਾਰੀ ਜੀਓ ਵਾਰੀ, ਮੈਂ ਬਲਿਹਾਰੇ ਜਾਵਾਂ। ਗੁਰ ਕੀ ਬਾਣੀ ਮਨ ਵਸਾਵਣਿਆ। ਜਿਨ੍ਹਾਂ ਨੂੰ ਗੁਰੂ ਦੇ ਬਚਨਾਂ ਦੀ ਸਮਝ ਆ ਗਈ, ਅਤੇ ਜਿਨ੍ਹਾਂ ਨੇ ਸਮਝ ਕੇ ਹਿਰਦੇ ਵਿੱਚ ਵਸਾ ਲਏ।
ਅੰਜਨ ਮਾਹੇ ਨਿਰੰਜਨ ਪਾਇਆ, ਜੋਤੀ ਜੋਤ ਮਿਲਾ ਬਣਿਆ। ਅੰਜਨ ਕਹਿੰਦੇ ਆ ਅਗਿਆਨਤਾ ਨੂੰ, ਅੰਜਨ ਕਹਿੰਦੇ ਆ ਹਨੇਰੇ ਨੂੰ, ਅੰਜਨ ਕਹਿੰਦੇ ਆ ਕਾਲੇ ਨੂੰ। ਤੋ ਗੁਰੂ ਨੇ ਅਗਿਆਨਤਾ ਵਿੱਚੋਂ ਕੱਢ ਕੇ ਗਿਆਨ ਵਿੱਚ ਲੈ ਆਂਦਾ। ਹਨੇਰੇ ਦੇ ਵਿੱਚੋਂ ਹੀ ਚਾਨਣ ਮਿਲ ਗਿਆ। ਜਿਵੇਂ ਹਨੇਰੇ ਵਿੱਚ ਦੀਵਾ ਜਗਾ ਦਈਏ ਤੇ ਚਾਨਣ ਆ ਜਾਂਦਾ, ਹਨੇਰਾ ਭੱਜ ਜਾਂਦਾ। ਚਾਨਣ ਦਾ ਨੂਰ ਲਿਸ਼ਕਾਂ ਮਾਰਦਾ ਫਿਰ ਉੱਤੇ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਸਾਡੀ ਅੱਖ ਦਾ ਜਿਹੜਾ ਆਨਾ ਹੈ ਇਹ ਕਾਲੇ ਰੰਗ ਦਾ ਹੈ, ਤੇ ਇਹਦੇ ਵਿੱਚੋਂ ਜਿਹੜੀ ਵੇਖਣ ਵਾਲੀ ਜੋਤ ਲੰਘਦੀ ਹੈ ਇਹਦਾ ਕੋਈ ਰੂਪ ਨਹੀਂ ਹੈ, ਤੇ ਇਹ ਸਾਨੂੰ ਦੁਨੀਆ ਵਿਖਾਉਂਦੀ ਆ। ਭਾਵ ਇਹ ਅੰਜਨ ਦੇ ਵਿੱਚ ਹੀ ਨਿਰੰਜਨ ਹੈ। ਨਿਰੰਜਨ ਪਰਮੇਸ਼ਰ ਦਾ ਨਾਮ ਵੀ ਹੈ। ਜਿਹਦਾ ਕੋਈ ਰੰਗ ਰੂਪ ਰੇਖ ਭੇਖ ਨਹੀਂ ਹੈ, ਉਹ ਨਿਰੰਜਨ ਤੇਰੀਆਂ ਅੱਖਾਂ ਦੇ ਵਿੱਚ ਹੈ। ਰੱਬ ਦੇ ਪਿਆਰੇ ਗਾਉਣ ਵਾਲਿਆਂ ਨੇ ਵੀ ਕਹਿ ਦਿੱਤਾ, ਅੱਖੀਆਂ 'ਚ ਰੱਬ ਵਸਦਾ ਕੋਈ ਦੂਰ ਨਾ। ਔਰ ਬਾਣੀ ਦੇ ਵਿੱਚ ਪਾਤਸ਼ਾਹ ਨੇ ਕਹਿ ਦਿੱਤਾ, ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਪਛਾਣਨ ਦਾ ਕੰਮ ਅੱਖ ਕਰਦੀ ਆ, ਤੇ ਜਿਹੜੀ ਸਾਡੀ ਜੋਤ ਹੈ ਇਹੋ ਹੀ ਸਾਡਾ ਅਸਲੀ ਰੂਪ ਹੈ। ਬਾਕੀ ਸਾਡੀ ਬਾਡੀ ਜਿਹੜੀ ਹੈ ਤੋਂ ਕੰਮ ਲੈਂਦੇ ਆਪਾਂ, ਪੈਨ ਤੋਂ ਕੰਮ ਲੈਂਦੇ ਹੋ, ਪਰ ਤੁਸੀਂ ਪੈਨ ਨਹੀਂ। ਗੱਡੀਆਂ ਮੋਟਰਸਾਈਕਲਾਂ ਤੁਸੀਂ ਗੁਰੂ ਘਰ ਆਏ ਹੋ, ਪਰ ਤੁਸੀਂ ਗੱਡੀ ਮੋਟਰਸਾਈਕਲ ਥੋੜ੍ਹਾ ਹੀ ਆ, ਤੁਸੀਂ ਤਾਂ ਉਹਨੂੰ ਵਰਤਣ ਵਾਲੇ ਹੋ। ਉਹ ਤਾਂ ਬਾਹਰ ਖੜੀਆਂ, ਤੁਸੀਂ ਅੰਦਰ ਆ ਗਏ। ਇਸੇ ਤਰ੍ਹਾਂ ਸਾਡਾ ਸਰੀਰ ਹੈ ਜਿਹੜਾ, ਇਹ ਇੱਕ ਘੋੜੀ ਦੱਸਿਆ ਬਾਬਾ ਜੀ ਨੇ ਬਾਣੀ 'ਚ, ਇਹ ਦੇਹ ਘੋੜੀ ਜੀਓ ਜਿੱਤ ਚੜ੍ਹ ਹਰ ਪਾਇਆ। ਹੁਣ ਸਤਿਗੁਰ ਨੇ ਸਾਨੂੰ ਇਹ ਘੋੜੀ ਦੇ ਦਿੱਤੀ ਆ, ਪਰਮੇਸ਼ਰ ਨੇ ਦੇਹੀ ਦਿੱਤੀ ਆ, ਪਰਮੇਸ਼ਰ ਨੇ ਆਪਦੇ ਨਾਲ ਮਿਲਾਉਣ ਵਾਸਤੇ। ਇਹ ਦੇਹ ਘੋੜੀ ਜੀਓ ਜਿੱਤ ਚੜ੍ਹ ਹਰ ਪਾਇਆ। ਦੂਜੂ ਲਿਖ ਦਿੱਤਾ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਵਰੀਆ। ਪਰਮੇਸ਼ਰ ਨੇ ਜਿਹੜੀ ਤੈਨੂੰ ਮਨੁੱਖਾ ਦੇਹੀ ਦਿੱਤੀ ਆ, ਇਹ ਪਰਮੇਸ਼ਰ ਨੇ ਤੈਨੂੰ ਆਪਣੇ ਨਾਲ ਮਿਲਣ ਦਾ ਇੱਕ ਚਾਂਸ ਦਿੱਤਾ, ਵਾਰੀ ਦਿੱਤੀ ਆ। ਤੋ ਇਸ ਕਰਕੇ ਇਹ ਜਿਹੜਾ ਸਰੀਰ ਹੈ ਇੱਕ ਵਰਤਣ ਵਾਸਤੇ ਸਾਨੂੰ ਦਿੱਤਾ ਗਿਆ, ਪਰ ਅਸੀਂ ਇਹਨੂੰ ਵਰਤਿਆ ਪੁੱਠੇ ਕੰਮਾਂ ਵਾਸਤੇ। ਪਾਤਸ਼ਾਹ ਕਹਿੰਦੇ ਵਰਤੋ, ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਸ਼ਰਵਨੋ ਮੇਰਿਓ ਸੱਚੈ ਸੋਨੇ ਨੂੰ ਪਠਾਏ, ਸੱਚੈ ਸੋਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਗੁਰ ਕੀ ਬਾਣੀ, ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਬਾਣੀ ਨੂੰ ਵਿਚਾਰਨਾ ਕੀਤਾ, ਜਿਨ ਸੱਚ ਪੱਲੇ ਸੱਚ ਵਖਾਣੈ, ਸੱਚ ਕਸਵੱਟੀ ਲਾਵਣਿਆ। ਜਿਨ੍ਹਾਂ ਨੇ ਉਹ ਸੱਚ ਨੂੰ ਜਾਣ ਕਰਕੇ ਆਪਣੇ ਆਪ ਨੂੰ ਸੱਚ ਨਾਲ ਘਸਾਉਣਾ ਕੀਤਾ। ਘਸਵੱਟੀ, ਘਸੌਟੀ ਕੀ ਹੁੰਦੀ ਹੈ? ਸੁਨਿਆਰਾਂ ਦੇ ਕੋਲੇ ਕਾਲੇ ਰੰਗ ਦਾ ਪੱਥਰ ਹੁੰਦਾ, ਤੇ ਸੁਨਿਆਰਾ ਜਦੋਂ ਕਿਸੇ ਸੋਨੇ ਨੂੰ ਪਰਖਦਾ ਹੈ, ਤੁਸੀਂ ਕੋਈ ਟੂਮ ਲੈ ਜਾਂਦੇ ਹੋ, ਅਸੀਂ ਵੇਚਣੀ ਹੈ, ਕਈ ਵਾਰੀ ਨਕਲੀ ਟੂਮਾਂ ਵੀ ਐਡੀਆਂ ਸੁੰਦਰ ਬਣੀਆਂ ਕਿ ਜਮਾਂ ਹੀ ਨਹੀਂ ਪਤਾ ਲੱਗਦਾ ਸੋਨਾ ਕਿ ਪਿੱਤਲ ਹੈ। ਤੇ ਜਦੋਂ ਪਰਮੇਸ਼ਰ ਪਰਖਦਾ ਹੈ, ਜਦੋਂ ਸੁਨਿਆਰਾ ਉਸ ਟੂਮ ਨੂੰ ਪਰਖਦਾ ਹੈ, ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਜੀ ਗਰਮ ਨਾ ਕਰਿਓ, ਆਈ ਦੱਸ ਦਿਓ ਕਿੰਨੇ ਕੁ ਦਾ ਹੈ। ਉਹ ਫਿਰ ਗਰਮ ਕਰਨ ਦੀ ਬਜਾਏ ਆਪਣੀ ਘਸੌਟੀ 'ਤੇ ਘਸਾ ਕੇ ਦੇਖਦਾ। ਜਦੋਂ ਘਸੌਟੀ 'ਤੇ ਘਸਾਉਂਦਾ ਜੀ, ਉਹ ਪਿੱਤਲ ਹੋਵੇਗਾ ਨਾ, ਉਸ ਕਾਲੇ ਪੱਥਰ ਉੱਤੇ ਲਾਲ ਰੰਗ ਦੀ ਲਕੀਰ ਆ ਜਾਂਦੀ ਆ, ਕਿਉਂਕਿ ਪਿੱਤਲ ਜਿਹੜਾ ਤਾਂਬੇ 'ਚੋਂ ਬਣਿਆ। ਜੇ ਓਰੀਜਨਲ ਹੋਵੇਗਾ, ਖਰਾ ਸੋਨਾ ਹੋਵੇਗਾ, ਫਿਰ ਉਸ ਦੀ ਜਿਹੜੀ ਲਾਈਨ ਹੈ ਪੱਥਰ ਉੱਤੇ ਸੁਨਹਿਰੀ ਆਵੇਗੀ। ਜੇ ਚਾਂਦੀ ਦੇ ਉੱਤੇ ਪਾਣੀ ਚੜਾਇਆ ਹੋਵੇਗਾ ਤੇ ਜਾਂ ਲਕੀਰ ਮਾਰੇਗਾ ਉਹਦੀ, ਤੇ ਉਹਦੀ ਚਿੱਟੀ ਆਵੇਗੀ। ਇਸ ਤਰ੍ਹਾਂ ਸੁਨਿਆਰ ਨੇ ਉਹ ਘਸੌਟੀ ਦੇ ਨਾਲ ਸੋਨੇ ਨੂੰ ਪਰਖ ਲਿਆ, ਤੇ ਪਰਮੇਸ਼ਰ ਆਪਣੀ ਘਸੌਟੀ ਲਾਉਂਦਾ, ਬੰਦੇ ਨੂੰ ਪਰਖਦਾ। ਬਈ ਇਹ ਵਾਕਿਆ ਭਗਤ ਬਣ ਗਿਆ,
ਕਿ ਹਜੇ ਮਾਇਆ ਵਿੱਚ ਹੀ ਫਸੇ ਹੋਇਆ। ਕਿੰਨੇ ਸਾਧ ਪਰਖੇ ਗਏ, ਜਦੋਂ ਘਸੋਟੀਆਂ ਲੱਗੀਆਂ ਰੱਬ ਦੀਆਂ, ਝੂਠੇ ਨਿਕਲੇ ਸਾਰੇ, ਜੇਲ੍ਹਾਂ 'ਚ ਫਿਰਦੇ ਆ ਕਿਤਨੇ। ਭਾ ਪਰਮੇਸ਼ਰ ਘਸੋਟੀ ਲਾਉਂਦਾ ਜਦੋਂ ਬੰਦਾ ਪਰਖਿਆ ਜਾਂਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਰ-ਬਾਰ ਘਸੋਟੀ ਲਾਈ ਭਾਈ ਮੰਝ ਤੇ। ਭਾਈ ਮੰਝ ਦੇ ਖੋਟ ਕੱਢਣ ਵਾਸਤੇ ਸੁਨਿਆਰ ਬਾਰ-ਬਾਰ ਸੋਨੇ ਨੂੰ ਸੋਧਦਾ ਵੀ ਹੈ, ਉਹਦੇ ਖੋਟ ਕੱਢਣ ਵਾਸਤੇ ਵਾਰ-ਵਾਰ ਸੋਧਦਾ, ਵਾਰ-ਵਾਰ ਘਸੋਟੀ ਲਾ ਕੇ ਵੇਖਦਾ ਕਿੰਨਾ ਖਰਾ ਹੋ ਗਿਆ, ਕਿੰਨਾ ਕੁ ਫਰਕ ਹੈ। ਜਦੋਂ ਭਾਈ ਮੰਝ ਆਇਆ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ 'ਚ, ਉਸ ਵੇਲੇ ਸਰਵਰੀਆਂ ਦਾ ਚੇਲਾ ਸੀਗਾ। ਆ ਜਿਹੜੇ ਹੋਲੀ ਵਾਲੇ ਦਿਨ ਖੁੰਡੀਆਂ ਜੀਆਂ ਮਾਰਦੇ, ਆਪਣੇ ਮੋਢਿਆਂ ਦੇ ਉੱਤੇ ਸੰਗਲ ਜੇ ਮਾਰਦੇ ਆ ਨਾ, ਉਹ ਮੁਸਲਮਾਨ ਸਰਵਰੀਏ ਦੇ ਪੀਰ ਹੈ, ਚੇਲੇ ਆ। ਇਹਨੇ ਗੁਰੂ ਸਾਹਿਬ ਦੀਆਂ ਵਿਚਾਰਾਂ ਸੁਣੀਆਂ, ਇਹਨੂੰ ਵਧੀਆ ਲੱਗੀਆਂ, ਅਤੇ ਭਾਈ ਮੰਝ ਕਹਿਣ ਲੱਗਿਆ ਜੀ ਮੈਨੂੰ ਆਪਣਾ ਸਿੱਖ ਬਣਾ ਲਓ, ਮੈਨੂੰ ਆਪਣੇ ਚਰਨੀ ਲਾ ਦਿਓ। ਜਾਨੀ ਜਾਨ ਸਤਿਗੁਰੂ ਕਹਿੰਦੇ ਭਾਈ ਤੂੰ ਜਿਹਦਾ ਚੇਲਾ ਉਸੇ ਦਾ ਹੀ ਰਹੇ, ਸਾਨੂੰ ਲੋੜ ਨਹੀਂ ਇਹੋ ਜਿਹੇ ਬੰਦਿਆਂ ਦੀ ਜਿਹੜੇ ਥਾਂ ਥਾਂ ਜਾਂਦੇ ਹੋਣ। ਕਹਿੰਦਾ ਨਹੀਂ ਜੀ ਮੈਂ ਸਰਵਰੀਆਂ ਨੂੰ ਛੱਡਤਾ, ਤੁਹਾਡੇ ਬਚਨਾਂ ਸਮਝ ਆਈ ਵੀ ਸਾਨੂੰ ਆਪਣੇ ਧਰਮ 'ਚ ਰਹਿਣਾ ਚਾਹੀਦਾ ਹੈ, ਔਰ ਮੈਂ ਸਿੱਖਾਂ ਦਾ ਬੱਚਾ ਜਾਂ ਹਿੰਦੂਆਂ ਦਾ ਬੱਚਾ ਹੋ ਕੇ ਮੁਸਲਮਾਨਾਂ ਨੂੰ ਪੂਜਾਂ ਮੈਂ ਨਹੀਂ ਪੂਜਦਾ। ਧੰਨ ਗੁਰੂ ਅਰਜਨ ਦੇਵ ਜੀ ਨੇ ਪਹਿਲੀ ਘਸੋਟੀ ਲਾਈ, ਜਿਹੜੀ ਮੰਨਣੀ ਬੜੀ ਔਖੀ ਗੱਲ ਆ, ਪਰ ਭਾਈ ਮੰਝ ਨੇ ਮੰਨੀ। ਕਹਿੰਦੇ ਜਿਹੜੀ ਤੇਰੇ ਘਰੇ ਮੜੀ ਬਣੀ ਹੈ ਸਰਬਰੀਆਂ ਦੀ, ਜਿੱਥੇ ਜੋਤ ਬੱਤੀ ਲਾਉਣਾ, ਜਿੱਥੇ ਉਹ ਖੁੰਡੀਆਂ ਸੰਗਲ ਆਦਿ ਸਮਾਨ ਪਿਆ ਸਰਬਰੀਆਂ ਦਾ, ਹਾਂਜੀ, ਉਹ ਸਾਰਾ ਚੱਕ ਕੇ ਦਰਿਆ ਸਿੱਟ ਕੇ ਆ। ਪਹਿਲਾਂ ਭਾਵ ਆਪਣੇ ਦਿਮਾਗ 'ਚੋਂ ਕੱਢ ਉਹਨੂੰ, ਫਿਰ ਸਾਡੀ ਸਿੱਖੀ ਦਾ ਅਸਰ ਹੋਊਗਾ। ਕੋਈ ਸਤਨਾਮ ਭਾਵ ਉਹ ਘਰੇ ਜੋ ਸੀਗਾ ਘਰੇ ਗਿਆ ਅਤੇ ਕਹੀ ਚੱਕੀ, ਅਤੇ ਉਹ ਜਿਹੜੀ ਉਹਨੇ ਬਣਾਈ ਸੀ ਘਰੇ ਕੋਈ ਮਟੀ ਮੋਟੀ ਉਹ ਭੰਨਣ ਲੱਗਿਆ। ਘਰ ਦੇ ਲੜੇ, ਪਰਿਵਾਰ ਵੀ ਲੜਿਆ ਅਤੇ ਪਿੰਡ ਵਾਲੇ ਵੀ ਲੜੇ, ਕਿਉਂਕਿ ਭਾਈ ਮੰਝ ਸਰਬਰੀਆਂ ਦੇ ਚੇਲਿਆਂ ਦਾ ਮੁਖੀ ਵੀ ਸੀਗਾ। ਉਹਨਾਂ ਨੂੰ ਨਗਾਹੇ ਆਦਿ ਉਹਨਾਂ ਦੇ ਚਾਲਿਆਂ 'ਤੇ ਲੈ ਕੇ ਜਾਂਦਾ ਸੀਗਾ। ਪਿੰਡ ਵਾਲੇ ਕਹਿੰਦੇ ਤੂੰ ਕਮਲਾ ਹੋ ਗਿਆ, ਬਾਬਾ ਔਕੜ ਜੂਗਾ, ਬਾਬਾ ਪੁੱਠਾ ਪੈ ਜੂਗਾ, ਨੁਕਸਾਨ ਹੋ ਜੂਗਾ। ਉਹ ਕਹਿੰਦਾ ਜੋ ਮਰਜ਼ੀ ਹੋਵੇ, ਮੈਨੂੰ ਗਿਆਨ ਹੋ ਗਿਆ, ਮੈਂ ਹੁਣ ਇਹਨੂੰ ਨਹੀਂ ਮੰਨਦਾ, ਮੈਂ ਆਪਦੇ ਘਰ 'ਚ ਨਹੀਂ ਰੱਖਣੀ। ਬੜੇ ਪਰਿਵਾਰ ਨੇ ਲੜਾਈ ਕੀਤੀ, ਪਰ ਉਸ ਨੇ ਸਭ ਕੁਝ ਇਕੱਠਾ ਕੀਤਾ, ਖੇਸ ਵਿੱਚ ਪੰਡ ਬੰਨੀ, ਪੰਡ ਬੰਨ੍ਹ ਕੇ ਸਿਰ 'ਤੇ ਰੱਖੀ। ਕਹਿੰਦਾ ਮੈਂ ਨਹੀਂ ਮੰਨਦਾ, ਮੈਂ ਤਾਂ ਇਹਨੂੰ ਦਰਿਆ ਵਿੱਚ ਸਿੱਟੂੰਗਾ। ਹੁਣ ਮੈਂ ਆਪਣੇ ਦਿਮਾਗ 'ਚੋਂ ਕੱਢੂੰਗਾ ਇਸ ਨੂੰ, ਮੈਂ ਇਹਦੀ ਪੂਜਾ ਨਹੀਂ ਕਰਨੀ। ਜੇ ਇਹ 'ਚ ਤਾਕਤ ਹੈ ਤਾਂ ਮੈਨੂੰ ਦਰਿਆ ਤੱਕ ਜਾਂਦੇ ਜਾਂਦੇ ਰੋਕ ਲਵੇ। ਅਤੇ ਭਾਈ ਮੰਝ ਆਪਣੇ ਪਿੰਡੋਂ ਚੱਲਿਆ, ਅਤੇ ਜਾਂਦੇ ਜਾਂਦੇ ਰਾਹ ਦੇ ਵਿੱਚ ਦਰਿਆ ਆਇਆ, ਅਤੇ ਦਰਿਆ ਦੇ ਵਿੱਚ ਸਿੱਟ ਕੇ ਅਤੇ ਸਤਿਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ 'ਚ ਪਹੁੰਚ ਗਿਆ। ਕਹਿਣ ਲੱਗਿਆ ਜੀ ਆ ਗਿਆ, ਸਿੱਟਿਆ ਆਇਆ ਸਾਰਾ ਕੁਛ ਸਿੱਟ ਆਂਦਾ ਜੀ। ਆਪਣੇ ਘਰੋਂ ਕਿਸੇ ਦੀ ਪੂਜਨ ਦੀ ਜਿਹਦੀ ਪੂਜਾ ਕਰਦਾ ਬੰਦਾ, ਉਹਦੀ ਫੋਟੋ ਵੀ ਸਿੱਟਣੀ ਔਖੀ ਆ ਬੰਦੇ ਨੂੰ ਕਈ ਵਾਰੀ, ਕਿਉਂਕਿ ਦਿਮਾਗ ਦੇ ਵਿੱਚ ਵਸਿਆ ਹੁੰਦਾ। ਅਤੇ ਉਹ ਸਾਰਾ ਕੁਝ ਦਰਿਆ ਵਿੱਚ ਸਿੱਟ ਕੇ ਸਤਿਗੁਰੂ ਪਾਤਸ਼ਾਹ ਦੇ ਕੋਲ ਆ ਗਿਆ। ਕਹਿੰਦਾ ਜੀ ਹੁਣ ਤਾਂ ਚਰਨੀ ਲਾ ਲਓ। ਕਹਿੰਦੇ ਆ ਜਾ, ਲੰਗਰ ਸੇਵਾ ਕਰਿਆ ਕਰ। ਕਹਿੰਦੇ ਉਹ ਲੰਗਰ ਵਿੱਚ ਸੇਵਾ ਕਰਨ ਲੱਗਿਆ। ਇੱਕ ਦਿਨ ਪਾਤਸ਼ਾਹ ਨੇ ਲਾਂਗਰੀ ਨੂੰ ਸੱਦ ਲਿਆ। ਅਗਲੀ ਘਸੋਟੀ ਲਾਉਂਦੇ ਆ ਪਾਤਸ਼ਾਹ। ਕਹਿੰਦੇ ਲਾਂਗਰੀ ਜੀ ਜਿਹੜਾ ਉਹ ਨਵਾਂ ਸਿੱਖ ਆਇਆ ਮੰਝ, ਹਾਂਜੀ, ਉਹ ਕੀ ਕਰਦਾ ਹੁੰਦਾ? ਕਹਿੰਦੇ ਜੀ ਲੱਕੜਾਂ ਲਿਆਉਂਦਾ ਉਹ ਜੰਗਲਾਂ ਦੇ ਵਿੱਚੋਂ, ਜਲ ਪਾਣੀ ਦੀ ਸੇਵਾ ਕਰਦਾ, ਵਧੀਆ ਬੰਦਾ। ਕਹਿੰਦੇ ਉਹ ਵਧੀਆ ਤਾਂ ਹੈਗਾ, ਰੋਟੀ ਕਿੱਥੋਂ ਖਾਂਦਾ ਉਹ? ਕਹਿੰਦੇ ਜੀ ਲੰਗਰ 'ਚੋਂ ਖਾਂਦਾ। ਉਹਨੂੰ ਕਹਿ ਰਹੇ ਜੀ ਸੇਵਾ ਕਰਨੀ ਆ ਕਰ, ਨਹੀਂ ਕਰਨੀ ਨਾ ਕਰ, ਤੇਰੀ ਮਰਜ਼ੀ ਹੈ, ਪਰ ਰੋਟੀ ਤੂੰ ਲੰਗਰ 'ਚੋਂ ਨਹੀਂ ਖਾ ਸਕਦਾ। ਤੈਨੂੰ ਰੋਟੀ ਖਾਣ ਦਾ ਹੁਕਮ ਨਹੀਂ ਲੰਗਰ 'ਚੋਂ ਅੱਜ ਤੋਂ ਬਾਅਦ, ਜਿੱਥੋਂ ਮਰਜ਼ੀ ਖਾ। ਭਾਈ ਮੰਝ ਕਹਿਣ ਲੱਗਿਆ ਜੀ ਠੀਕ ਆ, ਆਪਾਂ ਤਾਂ ਕਿਵੇਂ ਲੜ ਪੈਂਦੇ ਆ ਵੀ ਯਾਰ ਮੈਂ ਇੱਥੇ ਘੰਟਾ ਘੰਟਾ ਸੇਵਾ ਕਰਦਾ ਅਤੇ ਲੈ ਰੋਟੀ ਨਾਲੋਂ ਵੀ ਸਸਤਾ ਮੈਂ। ਪਰ ਉਹਨੇ ਰੋਟੀ ਖਾਣੀ ਬੰਦ ਕਰਤੀ ਲੰਗਰ 'ਚ ਬੈਠ ਕੇ। ਹੁਣ ਜਿਹੜੇ ਸੰਗਤ ਜੂਠੇ ਭਾਂਡੇ ਜਿੱਥੇ ਮਾਂਜਣ ਵਾਸਤੇ ਰੱਖੇ ਹੁੰਦੇ ਸੀ, ਕਈ ਵਾਰੀ ਸਾਡੇ ਵੱਜ ਜਾਂਦੀ ਆ, ਕੋਈ ਦਾਲ ਕੋਈ ਅੱਧੀ ਰੋਟੀ ਵੱਜ ਜਾਂਦੀ ਆ। ਕਹਿੰਦੇ ਉਹ ਜੂਠੀ ਰੋਟੀ ਹੀ ਖਾਣ ਲੱਗ ਪਿਆ। ਕਈ ਦਿਨ ਉਸਨੇ ਉਹ ਜੂਠੀ ਰੋਟੀ ਖਾ ਕੇ ਸਮਾਂ ਲੰਘਾਇਆ। ਸੰਗਤ ਦੇ ਬਚੀ ਹੋਈ ਜੂਠ ਜਿਹੜੀ ਮਾਟੀ ਲੋੜ ਮੁਤਾਬਕ ਖਾ ਲੈਂਦਾ, ਪਰ ਸੇਵਾ ਨਹੀਂ ਛੱਡੀ ਉਹਨੇ। ਕਈ ਦਿਨਾਂ ਬਾਅਦ ਗੁਰੂ ਸਾਹਿਬ ਫਿਰ ਕਹਿੰਦੇ ਲਾਂਗਰੀ ਨੂੰ, ਕਹਿੰਦੇ ਵੀ ਉਹ ਮੰਝ ਰੋਟੀ ਕਿੱਥੋਂ ਖਾਂਦਾ? ਕਹਿੰਦੇ ਜੀ ਲੰਗਰ 'ਚੋਂ ਤਾਂ ਖਾਣੋਂ ਹਟ ਗਿਆ, ਫਿਰ ਹੁਣ ਕਿੱਥੋਂ ਖਾਂਦਾ?
ਕਹਿੰਦੇ ਜੀ ਉਹ ਤਾਂ ਸੰਗਤਾਂ ਦਾ ਬਚਿਆ ਖੁਚਿਆ ਖਾ ਲੈਂਦਾ ਲੋੜ ਮੁਤਾਬਕ। ਪਾਤਸ਼ਾਹ ਕਹਿੰਦੇ ਮੈਨੂੰ ਜੂਠਾ ਖਵਾਉਂਦਾ, ਭਾਵ ਜੋ ਸਿੱਖ ਗੁਰੂ ਨੂੰ ਮੰਨਦਾ ਹੈ ਉਹ ਇਹ ਮੰਨ ਕੇ ਚੱਲੇ ਵੀ ਜੋ ਸਿੱਖ ਨੂੰ ਖਵਾਇਆ ਜਾ ਰਿਹਾ ਉਹ ਗੁਰੂ ਨੂੰ ਹੀ ਭੇਟ ਕੀਤਾ ਜਾ ਰਿਹਾ। ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਉਹਨੂੰ ਕਹਿ ਦਿਓ ਕਿ ਜੂਠਾ ਨਾ ਖਾਵੇ। ਮੈਂ ਇਹ ਜੂਠਾ ਨਹੀਂ ਖਾਣ ਦੇਣਾ ਉਹਨੂੰ ਕਹਿ ਰਹੇ ਵੀ ਜਿੱਥੋਂ ਮਰਜ਼ੀ ਖਾਵੇ, ਇਹ ਪਰ ਸੰਗਤਾਂ ਨਾਲ ਛੱਡਿਆ ਨਾ ਖਾਵੇ। ਇਹ ਜਲ ਜੰਤੂਆਂ ਨਾਲ, ਕੀੜਿਆਂ ਮਕੌੜਿਆਂ ਦਾ ਭੋਜਨ ਹੈ, ਇਹ ਖਾਈ ਜਾਂਦਾ ਮੰਝ। ਭਾਵ ਉਹ ਜੂਠ ਕਈ ਵਾਰੀ ਸੂਰਾਂ ਵਾਲੇ ਲੈ ਜਾਂਦੇ ਆ, ਕੋਈ ਹੋਰ ਲੈ ਜਾਂਦੇ ਆ, ਨਾਲੀ 'ਚ ਪਾ ਦਈਏ ਤਾਂ ਉਹਨੂੰ ਕੀੜੇ ਮਕੌੜੇ ਖਾਂਦੇ ਆ ਜਾਨਵਰ, ਜਲ ਜੰਤੂ। ਤਾਂ ਗੁਰੂ ਪਿਆਰਿਓ ਭਾਈ ਮੰਝ ਨੂੰ ਉਹ ਵੀ ਖਾਣੋਂ ਬੰਦ ਕਰਾਤਾ। ਹੁਣ ਭਾਈ ਮੰਝ ਖੇਤ ਜਾਂਦਾ, ਲੱਕੜਾਂ ਲੈ ਕੇ ਆਉਂਦਾ ਜੰਗਲਾਂ 'ਚੋਂ ਇਕੱਠੀਆਂ ਕਰਕੇ, ਪਾਣੀ ਵੀ ਵਰਤਾਉਂਦਾ, ਪਾਣੀ ਵੀ ਲਿਆਉਂਦਾ, ਸੇਵਾ ਕਰਦਾ, ਕਦੇ 2 ਗੇੜੇ ਲਾਉਂਦਾ, ਕਦੇ 1 ਲਾਉਂਦਾ, ਕਦੇ ਕਿਤੋਂ ਰੋਟੀ ਖਾ ਲੈਂਦਾ, ਕਦੇ ਨਹੀਂ ਖਾਂਦਾ। ਸਮਾਂ ਲੰਘਦਾ ਰਿਹਾ, ਕਾਫੀ ਸਮਾਂ ਬਤੀਤ ਹੋ ਗਿਆ, ਸੇਵਾ ਕਰਦੇ ਆ ਅਤੇ ਪਾਤਸ਼ਾਹ ਦੀ ਸੁਧਾਈ ਕਰ ਰਹੇ ਆ। ਬਚਨ ਆਇਆ ਸੀਗਾ, ਜਿਨ ਸੱਚ ਪੱਲੇ ਸੱਚ ਵਖਾਣੈ, ਸੱਚ ਕਸਵੱਟੀ ਲਾਵਣੇ ਆ। ਇਹ ਕਸੌਟੀ, ਇਹਨੂੰ ਕਸੌਟੀ ਸੁਨਿਆਰਾ ਕਸੌਟੀ ਕਹਿੰਦਾ। ਸਤਿਗੁਰ ਨੇ ਕਸਵੱਟੀ ਲਿਖਿਆ। ਸੁਨਿਆਰਾ ਕਸੌਟੀ ਦੇ ਉੱਤੇ ਸੋਨੇ ਨੂੰ ਪਰਖ ਕੇ ਵੇਖਦਾ, ਜਦੋਂ ਐਨ ਖਰਾ ਹੋ ਜਾਂਦਾ 12 ਬੰਨੀਆਂ ਦਾ, ਫਿਰ ਉਹ 'ਤੇ ਘਸਾ ਕੇ ਦੇਖਦਾ ਹੈ ਅਤੇ ਉਹਦੀ ਜਦੋਂ ਸੁਨਹਿਰੀ ਚਮਕਦੀ ਲਕੀਰ ਆਉਂਦੀ ਹੈ, ਫਿਰ ਉਸਨੇ ਮੋਹਰ ਲਾ ਦਿੰਦਾ ਹੈ ਖਰਾ ਸੋਨਾ ਅਤੇ ਆਪਣੀ ਪੇਟੀ 'ਚ ਰੱਖ ਦਿੰਦਾ ਹੈ। ਉਹਦਾ ਪੂਰਾ ਮੁੱਲ ਪੈਂਦਾ ਹੈ। ਖਰੇ ਖਜ਼ਾਨੇ ਪਾਈਨ, ਖੋਟੇ ਸਿੱਟੀਆਂ ਬਾਹਰ ਬਾਹਰ। ਇਸੇ ਤਰ੍ਹਾਂ ਹੀ ਮਨੁੱਖ ਦੀ ਹਾਲਤ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਸ ਵੇਲੇ ਉਹ ਭਾਈ ਮੰਝ ਸੇਵਾ ਚੱਲਦਾ ਰਿਹਾ, ਗੁਰੂ ਦੇ ਹਰ ਬਚਨ ਨੂੰ ਮੰਨਦਾ ਰਿਹਾ, ਅਤੇ ਇੱਕ ਦਿਨ ਕਹਿੰਦੇ ਉਹ ਲੱਕੜਾਂ ਲੈ ਕੇ ਆ ਰਹੇ ਹੈ ਅਤੇ ਬੜੀ ਤੇਜ਼ ਹਨੇਰੀ ਝੱਖੜ ਚੱਲਿਆ ਅਤੇ ਬੜਾ ਜ਼ੋਰ ਪੈ ਗਿਆ। ਸਿਰ 'ਤੇ ਪੰਡ ਹੋਵੇ ਅਤੇ ਜ਼ੋਰ ਪੈ ਜਾਂਦਾ, ਪੈਰ ਨਹੀਂ ਲੱਗਦੇ। ਫਿਰ ਬੜੀ ਹਵਾ ਨੇ ਪਿੱਛੋਂ ਧੱਕਾ ਮਾਰਿਆ, ਜ਼ੋਰ ਮਾਰਿਆ। ਰਸਤੇ ਵਿੱਚ ਕੋਈ ਖੂਹ ਸੀ ਢੱਠੀ ਮਾਉਣ ਵਾਲਾ, ਅਤੇ ਚੱਕਿਆ ਹਵਾ ਨੇ ਉਹ ਖੂਹ ਦੇ ਵਿੱਚ ਸਿੱਟ ਦਿੱਤਾ ਇਹਨੂੰ। ਸਣੇ ਪੰਡ ਉੱਡ ਕੇ ਉਹ ਖੂਹ ਦੇ ਵਿੱਚ ਡਿੱਗ ਪਿਆ। ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਦੀਵਾਨ ਵਿੱਚੋਂ ਉੱਠੇ ਅਤੇ ਤੁਰ ਪਏ ਕਾਹਲੀ ਨਾਲ। ਸੰਗਤਾਂ ਕਹਿੰਦੀਆਂ ਪਾਤਸ਼ਾਹ ਕੀ ਹੋ ਗਿਆ, ਕੀ ਹੋ ਗਿਆ? ਕਹਿੰਦੇ ਇੱਥੋਂ ਰੱਸਾ ਟੋਕਰਾ ਲੈ ਕੇ ਆਓ। ਸਿੱਖ ਸੰਗਤਾਂ ਮਗਰ ਚੱਲੀਆਂ, ਰੱਸਾ ਲੈ ਗਈਆਂ, ਟੋਕਰਾ ਲੈ ਗਈਆਂ। ਪਿੱਛੇ ਪਿੱਛੇ ਸਤਿਗੁਰਾਂ ਦੇ ਉਹ ਖੂਹ ਦੇ ਕੋਲ ਪਹੁੰਚ ਗਏ। ਪਾਤਸ਼ਾਹ ਨੇ ਆਵਾਜ਼ ਮਾਰੀ, ਕੌਣ ਹੈ ਅੰਦਰ? ਕੌਣ ਹੈ? ਮੰਝ ਹੈ? ਹਾਂਜੀ। ਪਾਤਸ਼ਾਹ ਨੇ ਕਿਹਾ ਰੱਸਾ ਵਗਾਓ। ਰੱਸਾ ਵਗਾਇਆ ਗਿਆ ਖੂਹ ਦੇ ਵਿੱਚ। ਪਾਤਸ਼ਾਹ ਕਹਿੰਦੇ ਪੰਡ ਸਿੱਟ ਦੇ ਲੱਕੜਾਂ ਦੀ, ਰੱਸਾ ਫੜ ਕੇ ਬਾਹਰ ਆ ਜਾ। ਉਹ ਕਹਿੰਦਾ ਜੀ ਪੰਡ ਹਜੇ ਸੁੱਕੀ ਆ। ਪਰ ਡਿੱਗਿਆ ਅਤੇ ਸਿੱਧਾ ਹੀ ਡਿੱਗ ਪਿਆ ਅਤੇ ਲੱਤਾਂ ਗੁੱਡ ਗਈਆਂ ਗਾਰ ਦੇ ਵਿੱਚ, ਪਰ ਡੁੱਬਿਆ ਨਹੀਂ ਗਿਆ। ਅਤੇ ਪੰਡ ਨੂੰ ਸਿਰ 'ਤੇ ਸੰਭਾਲ ਲਿਆ। ਲੱਕੜਾਂ ਵਾਲੀ ਨੂੰ ਕਹਿੰਦੇ, ਉਹ ਕਹਿੰਦਾ ਜੀ ਲੱਕੜਾਂ ਸੁੱਕੀਆਂ, ਹਜੇ ਲੰਗਰ ਦੇ ਕੰਮ ਆਉਣਗੀਆਂ। ਉਹਨੇ ਰੱਸਾ ਜਿਹੜਾ ਸੀਗਾ ਉਹ ਲੱਕੜਾਂ ਦੇ ਰੱਸੇ ਨਾਲ ਬੰਨ੍ਹਤਾ। ਸਿੱਖਾਂ ਨੇ ਲੱਕੜਾਂ ਪਹਿਲਾਂ ਕੱਢ ਲਈਆਂ ਅਤੇ ਫਿਰ ਭਾਈ ਮੰਝ ਨੂੰ ਬਾਹਰ ਕੱਢਿਆ। ਅਤੇ ਜਦੋਂ ਭਾਈ ਮੰਝ ਬਾਹਰ ਆਇਆ, ਧਰਤੀ 'ਤੇ ਖੜ੍ਹਾ ਹੋਇਆ ਅਤੇ ਪਾਤਸ਼ਾਹ ਜੀ ਨੇ ਲੈ ਕੇ ਗਲਵੱਕੜੀ 'ਚ ਕਿਹਾ, ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜੱਗ ਲੰਘਣ ਹਾਰਾ। ਕੀ ਵਡਿਆਈ ਦੇਤੀ ਕਿ ਹੁਣ ਤਾਂ ਤੇਰੀ ਸੰਗਤ ਕਰਨ ਵਾਲੇ ਵੀ ਪਾਰ ਹੋ ਜਾਣਗੇ, ਤੂੰ ਤਾਂ ਮੇਰਾ ਸਮੁੰਦਰੀ ਬੇੜਾ ਬਣ ਗਿਆ। ਇਉਂ ਕਸਵੱਟੀ ਲਾਈ ਸਤਿਗੁਰਾਂ ਨੇ। ਅਤੇ ਜਿਨ੍ਹਾਂ ਦੇ ਪੱਲੇ ਵਿੱਚ ਸੱਚ ਹੁੰਦਾ ਉਹ ਸੱਚ ਦੀ ਫਿਰ ਖੋਜ ਕਰਦੇ ਆ, ਸੱਚ ਦਾ ਹੀ ਪ੍ਰਚਾਰ ਕਰਦੇ ਆ। ਅੰਦਰ ਹੀਰਾ ਲਾਲ ਬਣਾਇਆ, ਇਹ ਸ਼ਬਦ ਰਮ ਕੀਤਾ ਆਪਾਂ ਮਾਝ ਮਹੱਲਾ ਤੀਜਾ। ਅੰਦਰ ਹੀਰਾ ਲਾਲ ਬਣਾਇਆ, ਗੁਰ ਕੈ ਸ਼ਬਦ ਪਰਖ ਪਰਖਾਇਆ। ਉਹ ਪਰਮੇਸ਼ਰ ਦਾ ਨਾਮ ਸਾਡੇ ਸਭ ਦੇ ਅੰਦਰ ਰੱਖਿਆ। ਕਿਸੇ ਨੇ ਉਹਨੂੰ ਕੱਢ ਕੇ ਵਰਤ ਲਿਆ, ਕਈ ਉਵੇਂ ਦੀ ਉਵੇਂ ਮਰ ਗਏ। ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ। ਉਹ ਪਰਮੇਸ਼ਰ ਦਾ ਨਾਮ ਹੈ। ਪਰ ਜਿਨ੍ਹਾਂ ਨੂੰ ਕਿਤੋਂ ਭਿਣਕ ਪੈ ਗਈ, ਕਿਤੋਂ ਪਤਾ ਲੱਗ ਗਿਆ, ਕਿਤੋਂ ਭੇਤ ਆ ਗਿਆ ਵੀ ਮਨੁੱਖ ਦੇ ਅੰਦਰ ਬਈ ਕੀਮਤੀ ਚੀਜ਼ ਹੈ ਇੱਕ, ਉਹਦੀ ਖੋਜ ਕਰਨੀ ਚਾਹੀਦੀ ਹੈ। ਬੰਦੇ ਖੋਜ ਦਿਲ ਹਰ ਰੋਜ਼। ਉਹਨਾਂ ਨੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ ਸ਼ੁਰੂ ਕੀਤੀ ਅਤੇ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚੋਂ ਅੰਦਰਲੇ ਹੀਰੇ ਦਾ ਪਤਾ ਲੱਗਿਆ। ਜਿਵੇਂ ਹਨੇਰਾ ਵਿੱਚ ਪਿਆ ਹੋਇਆ ਹੀਰਾ ਚਮਕ ਮਾਰਦਾ ਹੈ,
ਉਹਦੇ ਉੱਤੇ ਕੱਪੜਿਆਂ ਦਾ ਪਰਦਾ ਪਾ ਦਿਓ, ਕੱਪੜਿਆਂ ਦੇ ਵਿੱਚ ਦੀ ਉਹਦੀ ਚਮਕ ਨਿਕਲ ਆਉਂਦੀ ਹੈ। ਇਸੇ ਤਰ੍ਹਾਂ ਜਦੋਂ ਅੰਦਰਲੇ ਨਾਮ ਨੂੰ ਜਪਿਆ ਜਾਂਦਾ ਹੈ, ਫਿਰ ਉਹਦੀ ਚਮਕ ਮਨੁੱਖ ਦੇ ਚਿਹਰੇ ਤੋਂ ਨਿਕਲ ਆਉਂਦੀ ਹੈ, ਮਨੁੱਖ ਦੇ ਸਰੀਰ 'ਚੋਂ ਨਿਕਲ ਆਉਂਦੀ ਹੈ। ਇਹ ਦੇਹ ਸੋ ਕੰਚਨ ਚੰਗੜੀਆ, ਇਹ ਸਿਉਣੇ ਤੋਂ ਵੀ ਚੰਗਾ ਬਣ ਜਾਂਦਾ, ਇਹਦੇ ਵਿੱਚ ਚਮਕ ਆ ਜਾਂਦੀ ਆ, ਇਹਦੇ ਉੱਤੇ ਨੂਰ ਆ ਜਾਂਦਾ, ਉਹ ਨਾਮ ਜਪਣ ਕਰਕੇ। ਛੋਟਾ ਬੱਚਾ ਕਿੰਨਾ ਸੋਹਣਾ ਹੁੰਦਾ, ਸਭ ਨੂੰ ਛੋਟਾ ਬੱਚਾ ਪੰਛੀ ਦਾ ਵੀ ਸੁੰਦਰ ਲੱਗਦਾ, ਮਨੁੱਖ ਦਾ ਵੀ ਸੁੰਦਰ ਲੱਗਦਾ। ਛੋਟਾ ਬੱਚਾ ਕਿੰਨਾ ਸੋਹਣਾ ਲੱਗਦਾ, ਕਿਉਂਕਿ ਉਹ ਹਜੇ ਨਾਮ ਦੇ ਨਾਲ ਜੁੜਿਆ ਹੁੰਦਾ ਹੈ। ਪਰ ਜਿਵੇਂ ਜਿਵੇਂ ਮਨੁੱਖ ਵੱਡਾ ਹੋ ਜਾਂਦਾ ਹੈ, ਉਸ ਨਾਮ ਨੂੰ ਭੁੱਲਦਾ ਜਾਂਦਾ ਅਤੇ ਇਹਦਾ ਚਿਹਰਾ ਜਿਹੜਾ ਕਾਲਾ ਪੈਂਦਾ ਜਾਂਦਾ ਹੈ, ਇਹਦੇ ਉੱਤੋਂ ਚਿਹਰੇ ਤੋਂ ਉਹ ਗਲੋ, ਉਹ ਨੂਰ ਖਤਮ ਹੋ ਜਾਂਦਾ। ਕੋਈ ਸਤਨਾਮ ਸ੍ਰੀ ਫੇਰ ਆ ਜਾਂਦਾ, ਜੇ ਗੁਰੂ ਕਿਰਪਾ ਕਰੇ। ਕਿਵੇਂ ਆਉਂਦਾ, ਫਿਰ ਅੱਗੇ ਪੜ੍ਹੀਏ ਆਪਾਂ। ਗੁਰ ਕੈ ਸ਼ਬਦ ਪਰਖ ਪ੍ਰਕਾਇਆ, ਜਦੋਂ ਗੁਰੂ ਨੂੰ ਮਿਲਿਆ, ਗੁਰੂ ਨੇ ਦੱਸਿਆ ਵੀ ਇਹਦੇ ਨਾਲ ਜੁੜ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਹਰੀ ਤੇਰੇ ਨਾਲ ਹੈ, ਉਹਦੇ ਨਾਲ ਜੁੜ ਕੇ ਆਨੰਦ ਮਾਣਨਾ, ਆਪਣੇ ਨਾਲ ਜੁੜ, ਤੇਰੇ ਅੰਦਰ ਹੀ ਸਭ ਕੁਝ ਹੈ। ਗੁਰੂ ਦੀ ਕਿਰਪਾ ਨਾਲ ਸਮਝ ਆਈ। ਗੁਰ ਕੈ ਸ਼ਬਦ ਪਰਖ ਪਰਖਾਇਆ, ਜਿਨ ਸੱਚ ਪੱਲੇ ਸੱਚ ਵਖਾਣੈ, ਸੱਚ ਕਸਵੱਟੀ ਲਾਵਣਿਆ ਹੋ ਵਾਰੀ ਜੀਓ ਵਾਰੀ। ਗੁਰ ਕੀ ਬਾਣੀ ਮਨ ਵਸਾਵਣਿਆ, ਅੰਜਨ ਮਾਹੇ ਨਿਰੰਜਨ ਪਾਇਆ। ਅੰਜਨ ਦੇ ਬਹੁਤ ਅਰਥ ਬਣਨਗੇ। ਅੰਜਨ ਦਾ ਇੱਕ ਮਤਲਬ ਹੈ ਅਗਿਆਨਤਾ। ਜੇ ਸੰਸਾਰ ਨੂੰ ਦੁਨੀਆ ਨੇ ਕੋਲਿਆਂ ਦਾ ਕੋਠਾ ਕਿਹਾ, ਗੁਰੂ ਅਮਰਦਾਸ ਜੀ ਕਹਿੰਦੇ ਇਹ ਹਰੀ ਕਾ ਰੂਪ ਵੀ ਹੈ। ਪਰ ਜਦੋਂ ਸਮਝ ਆ ਗਈ, ਕਬੀਰ ਸਾਹਿਬ ਜੀ ਕਹਿੰਦੇ ਜਗ ਕਾਜਲ ਕੀ ਕੋਠਰੀ, ਜਗ ਕੋਲਿਆਂ ਦਾ ਕੋਠਾ, ਭਾਵ ਵਿਕਾਰਾਂ ਦਾ ਘਰ ਹੈ। ਬੰਦਾ ਵਿਕਾਰਾਂ ਵਿੱਚ ਫਸ ਗਿਆ, ਜਿਹੜਾ ਵੀ ਆਇਆ ਵਿਕਾਰਾਂ 'ਚ ਫਸ ਗਿਆ, ਮੌਤ ਦੇ ਹੱਥ ਆ ਗਿਆ। ਜਗ ਕਾਜਲ ਕੀ ਕੋਠਰੀ, ਅੰਧ ਪਰੇ ਤਿਸ ਮਾਹੇ, ਤੇ ਬੰਦਾ ਅੰਨਾ ਹੋ ਕੇ ਚੱਲਦਾ ਇਹਦੇ ਵਿੱਚ। ਹਉ ਬਲਿਹਾਰੀ ਤਿੰਨ ਕੋ ਪੈਸ ਜੋ ਨੀਕ ਸਜਾਹੇ, ਮੈਂ ਬਲਿਹਾਰੇ ਜਾਵਾਂ ਉਹਨਾਂ ਤੋਂ ਜਿਹੜੇ ਇਸ ਕੋਲਿਆਂ ਦੇ ਕੋਠੇ ਵਿੱਚੋਂ ਆਪਣੇ ਕੱਪੜਿਆਂ ਨੂੰ, ਭਾਵ ਆਪਣੀ ਸੁਰਤ ਨੂੰ ਬਚਾ ਕੇ ਟੱਪ ਗਏ। ਕਹੋ ਸਤਨਾਮ ਸ੍ਰੀ। ਕੋਲਿਆਂ ਦੀ ਦੁਕਾਨ 'ਚੋਂ ਲੰਘਣਾ ਪੈ ਜੇ ਤੇ ਮਾੜਾ ਮੋਟਾ ਹੱਥ ਤੋਂ ਲੱਗ ਹੀ ਜਾਂਦਾ, ਥਾਂ ਤੇ ਕਾਲਸ ਲੱਗੀ ਹੁੰਦੀ ਹੈ, ਬੰਦੇ ਦੇ ਹੱਥ ਨੂੰ ਕਾਲਸ ਲੱਗ ਜਾਂਦੀ ਹੈ, ਕੱਪੜਾ ਵਜੇ ਕੱਪੜਾ ਕਾਲਾ ਹੋ ਜਾਂਦਾ। ਤੋ ਸੰਸਾਰ ਇਹ 'ਚ ਕੋਈ ਸ਼ੱਕ ਨਹੀਂ, ਇੱਥੇ ਵਿਕਾਰਾਂ ਦਾ ਵੀ ਅੰਤ ਨਹੀਂ, ਇੱਥੇ ਔਗਣਾਂ ਦਾ ਵੀ ਅੰਤ ਨਹੀਂ। ਪਰ ਕਬੀਰ ਸਾਹਿਬ ਜੀ ਕਹਿੰਦੇ ਬਲਿਹਾਰੇ ਜਾਈਏ ਉਹਨਾਂ ਤੋਂ ਜਿਹੜੇ ਔਗਣਾਂ ਤੋਂ ਬਚ ਕੇ ਟੱਪ ਗਏ। ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ। ਓੜ ਭਾਵ ਅੰਤ ਤੱਕ, ਓੜਕ ਹੁੰਦਾ ਅੰਤ। ਕਹਿੰਦੇ ਜਿਹੋ ਜਿਹਾ ਜੀਵ ਪਰਮੇਸ਼ਰ ਦੇ ਕੋਲੋਂ ਦੁਨੀਆ ਵਿੱਚ ਆਇਆ ਸੀ, ਜੇ ਅਖੀਰ ਤੱਕ ਆਪਣਾ ਜੀਵਨ ਉਸੇ ਤਰ੍ਹਾਂ ਬਤੀਤ ਕਰ ਜੇ ਤੇ ਇਹਦੀ ਕੀਮਤ ਕਿੰਨੀ ਆ। ਹੀਰਾ ਕਿਸ ਕਾ ਵਾਪਰਾ, ਪੁੱਜੇ ਨਾ ਰਤਨ ਕਰੋੜ। ਕਰੋੜਾਂ ਰਤਨਾਂ ਤੋਂ ਵੀ ਕੀਮਤੀ ਹੈ ਮਨੁੱਖਾ ਜੀਵਨ। ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਭ ਜੇ ਸਤਿਗੁਰ ਪਾਇਆ। ਤੋ ਬਾਬਾ ਜੀ ਕਹਿੰਦੇ ਫਿਰ ਕੀ ਹੋਇਆ, ਇਹ ਬੜਾ ਕੀਮਤੀ ਹੈ, ਇਹਦੀ ਸਮਝ ਆ ਗਈ। ਗੁਰ ਕੈ ਸ਼ਬਦ ਪਰਖ ਪਰਖਾਇਆ, ਜਿਨ ਸੱਚ ਪੱਲੇ ਸੱਚ ਵਖਾਣੈ, ਸੱਚ ਕਸਵੱਟੀ ਲਾਵਣਿਆ। ਜਿਨ੍ਹਾਂ ਦੇ ਪੱਲੇ ਸੱਚ ਹੁੰਦਾ ਉਹ ਸੱਚ ਦੀ ਗੱਲ ਕਰਦੇ ਆ, ਅਤੇ ਆਪਾਂ ਵੇਖਦੇ ਹਾਂ ਅੱਜ ਜਦੋਂ ਸੱਚ ਬੋਲਿਆ ਜਾਂਦਾ ਝੂਠਿਆਂ ਨੂੰ ਮਿਰਚਾਂ ਲੱਗਦੀਆਂ, ਫਿਰ ਕਸੌਟੀਆਂ ਲੱਗਦੀਆਂ ਸੱਚ 'ਤੇ। ਉੱਧਰੋਂ ਪਰਮੇਸ਼ਰ ਪਰਖਦਾ ਕਿ ਮੇਰਾ ਸਿੱਖ ਸੱਚ ਤੋਂ ਡੋਲਦਾ, ਅਤੇ ਉੱਧਰੋਂ ਦੁਨੀਆ ਉਹਦੇ ਮਗਰ ਪੈ ਜਾਂਦੀ ਆ। ਭਾਵ ਕਿਸੇ ਨੇ ਇੱਕ ਨਾਵਲ ਲਿਖਿਆ ਸੀ ਸੱਚ ਨੂੰ ਫਾਂਸੀ, ਅਤੇ ਜਿਨ੍ਹਾਂ ਨੇ ਸੱਚ ਬੋਲਿਆ ਉਹਨਾਂ ਦੇ ਨਾਲ ਝੂਠਿਆਂ ਨੇ ਲੜਾਈਆਂ ਵੀ ਕੀਤੀਆਂ, ਪਰ ਉਹ ਚੱਲਦੇ ਰਹਿੰਦੇ ਆ। ਸਰੀਰ ਤਿਆਗ ਜਾਂਦੇ ਆ ਪਰ ਸੱਚ ਨੂੰ ਨਹੀਂ ਤਿਆਗਦੇ। ਜਿਵੇਂ ਮੀਰਾ ਬਾਈ ਨੇ ਪਰਮੇਸ਼ਰ ਦਾ ਭਜਨ ਨਹੀਂ ਛੱਡਿਆ, ਭਾਵੇਂ ਕਿ ਰਾਣੇ ਨੇ ਉਹਨੂੰ ਮਾਰਨ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ। ਚੁਗਲਖੋਰ ਐਂਟੀ ਧਰਮ ਦੇ ਮੁਖੀਆਂ ਨੇ ਮੀਰਾ ਬਾਈ ਦੀਆਂ ਸ਼ਿਕਾਇਤਾਂ ਕਰਨੀਆਂ, ਰਾਜਾ ਸਾਹਿਬ ਆਪਣੀ ਰਾਣੀ ਨੂੰ ਸਮਝਾਓ, ਤੁਹਾਡੀ ਬੇਇੱਜ਼ਤੀ ਕਰਦੀ ਹੈ। ਐਵੇਂ ਰਵਿਦਾਸ ਵਰਗੇ ਸ਼ੂਦਰਾਂ ਦੇ ਪੈਰੀਂ ਪੈਂਦੀ ਫਿਰਦੀ ਆ। ਤਾਂ ਗੁਰੂ ਪਿਆਰਿਓ, ਮੀਰਾ ਬਾਈ ਨੇ ਸਰੀਰ ਤਿਆਗ ਦਿੱਤਾ ਹੈ ਪਰ ਪਰਮੇਸ਼ਰ ਨੂੰ ਨਹੀਂ ਤਿਆਗਿਆ। ਅੱਗੇ ਚੱਲੀਏ, ਕੀ ਹੋਇਆ ਫਿਰ।
ਹੋ ਵਾਰੀ ਜੀਓ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ। ਮੈਂ ਬਲਿਹਾਰੇ ਜਾਵਾਂ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਤਿਆਗਿਆ ਨਹੀਂ, ਹਿਰਦੇ ਵਿੱਚ ਵਸਾ ਲਿਆ। ਅੰਜਨ ਮਾਹੇ ਨਿਰੰਜਨ ਪਾਇਆ। ਇਹ ਸੰਸਾਰ ਕੋਲਿਆਂ ਦਾ ਕੋਠਾ, ਪਰ ਇਹਦੇ ਵਿੱਚ ਹੀ ਰੱਬ ਵੀ ਹੈ। ਇਹ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ। ਸਾਡਾ ਸਰੀਰ ਭਾਵੇਂ ਝੂਠਾ ਹੈ, ਖਤਮ ਹੋਣ ਵਾਲਾ ਹੈ, ਰਹਿਣ ਵਾਲਾ ਨਹੀਂ, ਪਰ ਇਹਦੇ ਵਿੱਚ ਇੱਕ ਉਹ ਚੀਜ਼ ਵੀ ਹੈ ਜਿਹੜੀ ਨਹੀਂ ਮਰਨ ਵਾਲੀ। ਅੰਜਨ ਅਗਿਆਨਤਾ, ਅੰਜਨ ਹਨੇਰਾ, ਅੰਜਨ ਕਾਲਾ। ਚਾਨਣ ਜਿਹੜਾ ਹੈ ਹਨੇਰੇ ਦੇ ਵਿੱਚ ਇਹ ਚਾਨਣ ਹੈ, ਚਾਨਣ ਵਿੱਚ ਹਨੇਰਾ ਹੈ। ਪਾਤਸ਼ਾਹ ਕਹਿੰਦੇ ਦੋਨੇ ਇਕੱਠੇ ਹੀ ਰਹਿੰਦੇ ਨੇ। ਕਦੇ ਚਾਨਣ ਵੱਧ ਜਾਂਦਾ, ਕਦੇ ਹਨੇਰਾ ਫੈਲ ਜਾਂਦਾ। ਪ੍ਰੀਤਮ ਦਾ ਬਚਨ ਹੈ, ਮੱਸਿਆ ਦੇ ਵਿਸ਼ੇ 'ਤੇ ਲਿਖਦੇ ਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਕਹਿੰਦੇ ਨੇ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜ੍ਹਿਆ। ਜਦੋਂ ਝੂਠ ਦੀ ਮੱਸਿਆ ਫੈਲ ਜਾਂਦੀ ਹੈ, ਫਿਰ ਸੱਚ ਦਾ ਚੰਦਰਮਾ ਲੋਪ ਹੋ ਜਾਂਦਾ। ਹਉ ਭਾਲ ਬਿਕੁੰਨੀ ਹੋਈ। ਬਾਬਾ ਨਾਨਕ ਜੀ ਕਹਿੰਦੇ ਮੈਂ ਉਦਾਸੀਆਂ ਲਾ ਕੇ ਦੁਨੀਆ ਵਿੱਚੋਂ ਸੱਚ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਕਿਤੇ ਕਿਤੇ ਲੱਭਿਆ, ਕਿਤੇ ਕਿਤੇ ਹੈ ਹੀ ਨਹੀਂ। ਕਹੋ ਸਤਨਾਮ। ਹਉ ਭਾਲ ਬਿਕੁੰਨੀ ਹੋਈ, ਅੰਧੇਰਾ ਰਾਹੋ ਨਾ ਕੋਈ। ਨਹੀਂ ਤਾਂ 90% ਦੁਨੀਆ ਹਨੇਰੇ 'ਚ ਹੀ ਭਟਕਦੀ ਫਿਰਦੀ ਹੈ। ਸਮਝ ਹੀ ਨਹੀਂ ਆਈ ਰੱਬ ਹੈ ਕੀ। ਰੱਬ ਸਭ ਦੇ ਨਾਲ ਹੀ ਆ। ਅੰਦਰ ਹੀਰਾ ਲਾਲ ਬਣਾਇਆ। ਗੁਰੂ ਨੂੰ ਪੁੱਛੋ, ਉਹ ਵਿਖਾ ਦੇਵੇਗਾ ਕਿੱਥੇ ਆ ਰੱਬ। ਪ੍ਰੀਤਮ ਜੀ ਕਹਿੰਦੇ ਅੰਜਨ ਮਾਹੇ ਨਿਰੰਜਨ ਪਾਇਆ, ਜੋਤੀ ਜੋਤ ਮਿਲਾਵਣਿਆ। ਕਿਹਨਾਂ ਨੂੰ ਸਮਝ ਆਈ? ਜਿਨ੍ਹਾਂ ਨੇ ਦੋਨਾਂ ਨੂੰ ਇਕੱਠੇ ਕਰ ਲਿਆ। ਜੋਤ ਅੱਖਾਂ ਦੀ ਲਾਈਟ, ਜੋਤੀ ਸਰੂਪ ਚਿਹਰਾ। ਜਿਨ੍ਹਾਂ ਨੇ ਆਪਣੇ ਅੰਦਰ ਜਾਣਾ ਕੀਤਾ। ਅੱਖਾਂ 'ਚੋਂ ਬਾਹਰ ਨਿਕਲਿਆ ਜਾਂਦਾ ਹੈ, ਲੇਕਿਨ ਅੰਦਰ ਜਾਣ ਵਾਸਤੇ ਸਵਾਸਾਂ ਦੇ ਰਾਹੀਂ ਜਾਈਦਾ। ਸਵਾਸ ਅੰਦਰ ਜਾਂਦਾ 10ਵੇਂ ਦੁਆਰ ਤੱਕ। ਨਾ ਕੰਨ ਜਾਂਦੇ ਹੈ, ਨਾ ਮੂੰਹ ਜਾਂਦਾ ਹੈ। ਕੰਨਾਂ ਨਾਲ ਸੁਣਿਆ ਹੋਇਆ ਵੀ ਉਰੇ ਰਹਿ ਜਾਂਦਾ, ਓਲੇ 'ਚ, ਪਰਦੇ 'ਚ, ਅਤੇ ਮੂੰਹ ਦੇ ਵਿੱਚ ਪਾਇਆ ਹੋਇਆ ਥੱਲੇ ਨੂੰ ਜਾਂਦਾ, ਪੇਟ ਵਿੱਚ ਨੂੰ। ਤਾਂ ਅੰਦਰ ਕੌਣ ਜਾਂਦਾ ਹੈ? ਸਵਾਸ। ਜਿਨ੍ਹਾਂ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਤਾਂ ਤੇ ਅੰਦਰ ਜਾਣਾ ਤੇ ਸਵਾਸ ਨਾਲ ਜੁੜ ਜਾਓ। ਜਿਹੜੇ ਸ਼ਹਿਰ ਜਾਣਾ ਉਹ ਸ਼ਹਿਰ ਦੀ ਬੱਸ 'ਤੇ ਚੜ੍ਹ ਜਾਓ, ਉਹ ਬੱਸ ਤੁਹਾਨੂੰ ਉਹ ਸ਼ਹਿਰ ਪਹੁੰਚਾ ਦਿੰਦੀ ਹੈ। ਜੇ ਪਰਮੇਸ਼ਰ ਦੇ ਸ਼ਹਿਰ ਜਾਣਾ ਤੇ ਫਿਰ ਸਵਾਸਾਂ ਨਾਲ ਜੁੜ ਕੇ ਜਾਇਆ ਜਾਊਗਾ। ਏੜਾ ਪਿੰਗਲਾ ਔਰ ਸੁਖਮਣਾ ਤੀਨ ਵਸੈ ਇਕ ਠਾਈ। ਜਿੱਥੇ ਤਿੰਨੇ ਨਾੜੀਆਂ ਇਕੱਠੀਆਂ ਹੁੰਦੀਆਂ, ਉੱਥੇ ਜਾਣ ਵਾਸਤੇ ਸਵਾਸਾਂ ਦਾ ਰਸਤਾ। ਬੇਣੀ ਸੰਗਮ ਤਹਿ ਪਿਰਾਗ ਮਨ ਮੱਜਨ ਕਰੈ ਤਿਥਾਈ। ਸੰਤੋ ਤਹਾਂ ਨਿਰੰਜਨ ਰਾਮ ਹੈ, ਗੁਰਗਮ ਚੀਲਾ ਬਿਰਲਾ ਕੋਏ। ਤਹਾਂ ਨਿਰੰਜਨ ਰਮਈਆ ਹੋਏ। ਉੱਥੇ ਨਿਰੰਜਨ ਰਮਿਆ ਹੋਇਆ। ਉੱਥੇ ਜਾਣ ਵਾਸਤੇ ਇੱਕੋ ਸਾਈਡ ਹੈ ਸਵਾਸਾਂ ਦਾ ਰਸਤਾ। ਏੜਾ ਪਿੰਗਲਾ ਨਾੜੀਆਂ। ਪ੍ਰੀਤਮ ਜੀ ਕਹਿੰਦੇ ਅੰਜਨ ਮਾਹੇ ਨਿਰੰਜਨ ਪਾਇਆ, ਜੋਤੀ ਜੋਤ ਮਿਲਾਵਣਿਆ। ਜਿਨ੍ਹਾਂ ਨੇ ਇਹਨਾਂ ਨੂੰ ਇਕੱਠੇ ਕਰ ਲਿਆ, ਉਹਨਾਂ ਨੇ ਆਪਣੇ ਅੰਦਰੋਂ ਹੀ ਰੱਬ ਨੂੰ ਪਾ ਲਿਆ। ਨਿਰੰਜਨ ਕਿਹੜਾ ਹੈ? ਰੰਗ ਰੂਪ ਤੋਂ ਰਹਿਤ। ਰੰਗ ਰੂਪ ਤੋਂ ਰਹਿਤ ਕੀ ਹੈ? ਸ਼ਬਦ। ਮੈਂ ਸ਼ਬਦ ਬੋਲ ਰਿਹਾ, ਤੁਸੀਂ ਸੁਣ ਰਹੇ ਹੋ, ਪਰ ਇਹ ਦਿਖਾਈ ਨਹੀਂ ਦੇ ਰਿਹਾ। ਦਿਸਦਾ ਤਾਂ ਨਹੀਂ ਨਾ ਸ਼ਬਦ, ਆਪਾਂ ਬੋਲਦੇ ਹਾਂ, ਤੁਸੀਂ ਸੁਣਦੇ ਹੋ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਕਿਸ਼ਨ ਬਿਸ਼ਨ ਕਬਹੂ ਨ ਧਿਆਉ, ਮੈਂ ਨਾ ਗਣੇਸ਼ਾ ਪ੍ਰਥਮ ਮਨਾਉ। ਕਿਸ਼ਨ ਬਿਸ਼ਨ ਕਬਹੂ ਨ ਧਿਆਉ। ਫਿਰ ਤੁਸੀਂ ਕਿਹਨੂੰ ਧਿਆਉਣੇ ਹੋ? ਕਾਨ ਸੁਣੇ ਪਹਿਚਾਨ ਨਾ ਤਿਨ ਸਿਓ, ਲਿਵ ਲਾਗੀ ਮੋਰੀ ਪਗ ਇਨ ਸਿਓ। ਮੈਂ ਸ਼ਬਦ ਨਾਲ ਜੁੜਦਾ ਹਾਂ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੌਰਾਨੰ। ਗਿਆਨ ਤੋਂ ਬਗੈਰ ਅਸੀਂ ਕਮਲੇ ਹਾਂ। ਤੁਸੀਂ ਬੱਸ ਅੱਡੇ ਵਿੱਚ ਚਲੇ ਜਾਓ, ਤੁਸੀਂ ਅਨਪੜ੍ਹ ਹੋ, ਤੁਹਾਨੂੰ ਨਹੀਂ ਪਤਾ ਲੱਗਦਾ ਤੁਹਾਡੀ ਬੱਸ ਕਿਹੜੀ ਹੈ, ਕਿਹੜੀ ਜਾਵੇ, ਕਿੱਧਰ ਜਾਵੇਗੀ, ਤਾਂ ਤੁਸੀਂ ਜ਼ਰੂਰ ਉੱਥੇ ਕਿਸੇ ਨੂੰ ਪੁੱਛੋਗੇ ਵੀ ਫਲਾਣੇ ਪਾਸੇ ਜਾਣਾ, ਅਤੇ ਪੜ੍ਹਿਆ ਲਿਖਿਆ ਉੱਥੋਂ ਬੋਰਡ ਪੜ੍ਹ ਕੇ ਦੱਸ ਦੂਗਾ ਵੀ ਉਹ ਖੜੀ ਆਓ ਅਤੇ ਚੜ੍ਹ ਜਾ। ਕੋਈ ਸਤਨਾਮ ਸ੍ਰੀ। ਤਾਂ ਮਤਲਬ ਸ਼ਬਦ ਦੀ ਲੋੜ ਪਈ ਸਾਨੂੰ। ਸ਼ਬਦ ਜਿਹੜਾ ਹੈ ਸਾਡਾ ਮਾਰਗ ਦਰਸ਼ਨ ਕਰਦਾ ਹੈ। ਆਪਾਂ ਸ਼ਬਦ ਵਿੱਚੋਂ ਨਿਕਲੇ ਹਾਂ, ਸ਼ਬਦ ਦੇ ਵਿੱਚ ਸਮਾਉਣਾ। ਸਿੱਖੋ ਸ਼ਬਦ ਪਿਆਰਿਓ, ਜਾਣੋ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੌਰਾਨੰ। ਸ਼ਬਦ न जाने से अन्य बोले से किते आए संसारा।
शब्द को चीन पाई, शब्द को खोज पाई, शब्द के चानने एक वस्त पाई। ਜਿਹੜੀ भी वस्तु ही लैनी है शब्द की वरतों करनी पैनी है। दुकानदार कोले जाके ਜਾਂ शब्द लिख के लिस्ट देनी पऊ, ਜਾਂ मूँह नाल बोल के दसना पऊ भी आ सौदा चाहिए, शब्द उत्थे वरतना पऊगा। कहो सतनाम श्री। इस करके ਉਹ ਨਿਰੰਜਨ जो रंग रूप तो रहत परमेश्वर का ज्ञान ਜਿਹੜਾ ਉਹ ਮਨੁੱਖ ਦੇ ਅੰਦਰ ਹੀ ਰੱਖਿਆ ਹੋਇਆ ਹੈ, गुरु की कृपा नाल ਚੱਲ ਪੈਂਦਾ। अंजन माहे निरंजन पाया, ज्योति जोत मिलावनिया रहाओ। इस काया अंदर बहुत पसारा। ये शरीर दे विच की कुछ रखिया है, कोई अंत नहीं है। जिथे परमेश्वर आ बैठा है उत्थे अपनियां दातां भी लैके बैठा है। जो ब्रह्मंडे सोई पिंडे, जो खोजै सो पावै। जो संसार विच है वो मनुख दे शरीर विच है, ਤੇ ਜੋ ਸੰਸਾਰ ਵਿੱਚ ਦਿਖਾਈ ਦੇ ਰਿਹਾ ਹੈ ਮਨੁੱਖ ਦੇ ਸਰੀਰ ਵਿੱਚੋਂ ਕੱਢਿਆ ਸਾਰਾ। ਪਰਮੇਸ਼ਰ ਨੇ ਸਾਇੰਸਦਾਨਾਂ ਨੂੰ, ਗਿਆਨਵਾਨਾਂ ਨੂੰ, ਆਪਣੇ ਰੱਬ ਦੇ ਪਿਆਰਿਆਂ ਨੂੰ ਗਿਆਨ ਦਿੱਤਾ ਤੇ ਉਹਨਾਂ ਨੇ ਅੱਗੇ ਇਹ ਸਾਰੀਆਂ ਵਸਤੂਆਂ ਸੂਈ ਤੋਂ ਲੈ ਕੇ ਅੱਜ ਦੇ ਕੰਪਿਊਟਰ ਯੁੱਗ ਤੱਕ, ਆ ਤੁਹਾਡੇ ਮੋਬਾਈਲ ਤੱਕ ਸਾਰਾ ਕੁਝ ਮਨੁੱਖ ਦੇ ਅੰਦਰੋਂ ਹੀ ਨਿਕਲਿਆ। ਸਿੱਧਾ ਤਾਂ ਨਿਕਲਿਆ ਨਹੀਂ ਕੋਈ ਆਕਾਸ਼ ਤੋਂ। ਇਹ ਆਕਾਸ਼ ਤੋਂ ਗਿਆਨ ਆਇਆ, ਸਾਡੇ ਅੰਦਰ ਦਿਮਾਗ ਦੇ ਸੋਝੀ ਆਈ और असी जोड़ जप करते जाने, कुछ ना कुछ बन जाता। कोई सतनाम श्री। कुदरत ने असली फुल बनाए सी, मनुख ने नकल मार के नकली बना ले। कोई सतनाम श्री। भाव मनुख के अंदर उसका ज्ञान रखिया होया, जिथे आ बैठा उसका ज्ञान भी रखिया। इस काया अंदर बहुत पसारा, नाम निरंजन अत अगम आकार अपारा। वो परमेश्वर भी जिहड़ा परे तो परे है, जिसदे कोई अंत नहीं है, बेअंत है, वो भी तेरे अंदर है। गुरमुख हो वै सोई पाए। ਉਹਨੂੰ गुरु वाले बन के पाया जा सकता। भाव गुरु ਨੂੰ ਪੁੱਛਣਾ ਪੈਣਾ। गुरु ਨੂੰ ਪੁੱਛਾਂਗੇ ਤਾਂ ਅਸੀਂ गुरु ਦੇ ਸਿੱਖ ਬਣ ਕੇ ਪੁੱਛਾਂਗੇ। ਸੋ ਸਿੱਖ ਸਖਾ ਬੰਧ ਪੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਇੱਥੇ ਫਿਰ ਨੀਵੇਂ ਹੋ ਕੇ ਪੁੱਛਣਾ ਪੈਣਾ। ਜਿਵੇਂ ਅਸ਼ਟਾਵਕਰ ਨੇ जद राजे ने पूछया, हाँ बई दस तू ये लोग किवें इकट्ठे कीते आ, की पुछना चाहना? कहना मैं पुछना ये सच है कि वो सच है। अष्टावक्र जी हुण थल्ले खड़े है ते राजा तख्त ते बैठा है। ते अष्टावक्र कहने गल सुन, तू कुछ लेना है ते जिन्हें लेना होवे वो नीवा होना चाहिए, देण वाला उच्चा होना चाहिए। पानी भी पाइए तो उच्चा करना पैंदा बुक तो। तू थल्ले आ, मैनू इत्थे बैठण दे, फिर समझ आऊगी तैनू। अज तक किसी ने राजे जनक नूं ये गल नहीं सी कही। राजा हैरान हो गया, थल्ले उतरे आया। अष्टावक्र कुर्सी ते बह गया। कहन लग्या हुण दस की चाहिए? कहना मैं तो यही पुछदा भी ये सच है कि वो सच है। तीन चीज़ां ये आह ते ओह, ना ये सच है ना वो सच है, आ सच है, अपना आपा सच है। बस सारियां दे वास्ते अपना आपा सच है, दूजा कुछ भी सच नहीं है। तो अष्टावक्र कहन लगे दस दूंगा, तू ये बट्टे की देंगा दर्शनी भेटा? कहना मैं अद्धा राज दे दूंगा। बस यही अज्ञानता बंदे च। अष्टावक्र कहना ये राज तेरा या तेरे बजुर्गों का, बाप दादे का? कहना नहीं जनता दा। फिर तैनू सियाना बंदा समझ के कुर्सी ते बिठाया, तू इत्थे कब्जा करके बह गया, अद्धा राज दे दूंगा। तू कौन देने वाला? ये धन तेरा नहीं है। हुण दस की रह गया बाकी तेरे कोल? बाकी कहना धन हैगा ये तो मेरा, ये दे दूंगा। कहते ये नाल तेरियां रानियां, तेरे बाल बच्चे, तेरा परिवार जुड़िया। जा पुछ के आ, भेज देणगे मेरे नाल सारा, अद्धा मैं लिजा नहीं सकता ते सारा तू जा नहीं सकता। या रानियां नूं पुछया, ना जी ना राजा साहब साडा की बनूगा, तुसीं नहीं जाना। फिर हुण मैं की देवां? मैं तो सवाल खड़ा करता सी, पर अज उहने सवाल खड़ा करता भी देवेगा की? वो सलाह हुई रजवाड़े विच, रानियां कहंदियां भी मन दे दिओ। मन किहड़ा किसे दे वस आउंदा? मन बस आवे नानका जे पूर्ण किरपा होए, फड़न वाले फड़ भी लेंदे। राजा वापस आ गया। कहना जी तन भी मुश्किल है, धन भी मुश्किल है, तुसी मन लै लो। कहते ठीक है मन दे दे, कुछ तो दे ना ये बदले, मन दे दे। चल पानी की चूली भर के संकल्प कर भी मैं अपना मन अष्टावक्र नूं दिता। कोई सतनाम, संकल्प कर लिया।
ਕਹਿੰਦੇ ਹੁਣ ਆਏ ਦੱਸ ਵੀ ਤੂੰ ਰਾਜ ਕਾਹਦੇ ਨਾਲ ਚਲਾਉਣਾ ਹੈ? ਮਨ ਮਰਜ਼ੀ ਨਾਲ, ਜਿਵੇਂ ਅੱਜ ਦੇ ਰਾਜੇ ਤਾਂ ਬਾਹਲੀ ਮਨ ਮਰਜ਼ੀ ਕਰਦੇ ਆ, ਆਪਾਂ ਸਾਰੇ ਆਪਣੇ ਮਨ ਦੇ ਨਾਲ ਹੀ ਚੱਲਦੇ ਆ। ਕਹਿੰਦਾ ਜੀ ਮਨ ਦੇ ਨਾਲ, ਕਹਿੰਦੇ ਤੇਰਾ ਮਨ ਤਾਂ ਮੇਰੇ ਕੋਲੇ ਆ, ਇਸ ਕਰਕੇ ਰਾਜ ਦੀਆਂ ਚਾਬੀਆਂ ਫੜਾ ਉਰੇ। ਭਾਵ ਇੱਦਾਂ ਕਰਦਿਆਂ ਅਸ਼ਟਾਵਕਰ ਨੇ ਉਹਨੂੰ ਇੱਕਦਮ ਖਾਲੀ ਕਰਤਾ ਪਹਿਲਾਂ, ਕਿਉਂਕਿ ਖਾਲੀ ਹੋਵੇਗਾ ਤਾਂ ਕੋਈ ਸਮਾਨ ਪਵੇਗਾ ਨਾ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਧੇ ਕੋ ਜਾਵੋ। ਪਹਿਲਾਂ ਸਾਰੇ ਪੱਖ ਤੋਂ ਖਾਲੀ ਕੀਤਾ ਉਸ ਨੂੰ, ਚਾਬੀਆਂ ਫੜ ਲਈਆਂ। ਚਾਬੀਆਂ ਫੜਨ ਤੋਂ ਬਾਅਦ ਕਹਿੰਦਾ ਹੁਣ ਤੇਰਾ ਮਨ ਮੇਰੇ ਕੋਲੇ ਆ। ਰਾਜਾ ਕਹਿੰਦਾ ਪਰ ਇੱਕ ਸ਼ਰਤ ਇਹ ਵੀ ਹੈ ਮੇਰੀ ਕਿ ਮੈਨੂੰ ਘੋੜੇ 'ਤੇ ਬੈਠਣ ਤੋਂ ਪਹਿਲਾਂ ਗਿਆਨ ਹੋ ਜੇ। ਜਦ ਮੈਂ ਘੋੜੇ 'ਤੇ ਚੜ੍ਹਾ ਨਾ, ਇੱਕ ਪੈਰ ਰਕਾਬ 'ਚ ਪਾ ਕੇ ਦੂਜਾ ਧਰਨ ਤੋਂ ਪਹਿਲਾਂ ਗਿਆਨ ਕਰਾ ਦੇ। ਕਹਿੰਦਾ ਉਹ ਨਹੀਂ ਕਰਾਊਂਗਾ। ਆ ਰਾਜਾ ਕਹਿੰਦਾ ਫਿਰ ਮੰਗਾਵਾਂ ਘੋੜਾ? ਕਹਿੰਦੇ ਤੈਨੂੰ ਕਿਹਨੇ ਕਿਹਾ ਬੋਲਣ ਨੂੰ? ਤੇਰਾ ਮਨ ਤਾਂ ਮੇਰੇ ਕੋਲੇ ਆ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ। ਤੂੰ ਨਹੀਂ ਬੋਲ ਸਕਦਾ। ਹੁਣ ਇਸੇ ਤਰ੍ਹਾਂ ਹੀ ਸਿੱਖ ਜਿਹੜਾ ਇਹਨੇ ਮਨ ਗੁਰੂ ਨੂੰ ਦਿੱਤਾ ਹੈ, ਹੁਣ ਇਹ ਮਨਮਤ ਨਹੀਂ ਕਰ ਸਕਦਾ, ਗੁਰਮਤ ਅਨੁਸਾਰ ਹੀ ਚੱਲਣਾ ਪੈਣਾ। ਖੈਰ ਇਸ ਤਰ੍ਹਾਂ ਅਸ਼ਟਾਵਕਰ ਨੇ ਅੱਗੇ ਗਿਆਨਤਾ ਵਿਚਾਰ ਰਹਿੰਦੀ, ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ ਰਹਿੰਦੇ ਸ਼ਬਦ ਦੇ ਨਾਲ ਹੀ। ਤਾਂ ਗੁਰੂ ਪਿਆਰਿਓ, ਭਾਈ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ ਕਿ ਇਸ ਕਾਇਆ ਦੇ ਵਿੱਚ ਬਹੁਤ ਕੁਝ ਹੈ। ਇਹਦੇ ਵਿੱਚ ਪਰਮੇਸ਼ਰ ਦਾ ਨਾਮ ਵੀ ਹੈ, ਸਾਰੀਆਂ ਵਸਤੂਆਂ ਵੀ ਹੈ। ਗੁਰਮੁਖ ਹੋਏ ਸੋਈ ਪਾਏ, ਆਪੇ ਬਖਸ਼ ਮਿਲਾਵਣਿਆ, ਮੇਰਾ ਠਾਕੁਰ ਸੱਚ ਦ੍ਰਿੜਾਏ। ਕਿਵੇਂ ਅਸ਼ਟਾਵਕਰ ਸੱਚ ਦਾ ਗਿਆਨ ਕਰਾਉਂਦੇ ਹੈ, ਇਹ ਆਪਾਂ ਰਹਿੰਦੀ ਵਿਚਾਰ ਕੱਲ੍ਹ ਨੂੰ ਸਰਵਣ ਕਰਾਂਗੇ। ਸਮਾਂ ਸਮਾਪਤੀ 'ਤੇ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ 'ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿ